ਉਹ ਪ੍ਰਕਾਸ਼ ਅਸੀਂ ਗੁਰੂ ਕੋਲੋਂ ਲੈਣਾ ਹੈ। ਗੁਰੂ ਦਾ ਪ੍ਰਕਾਸ਼ ਸਾਡੇ ਅੰਦਰ ਹੋਵੇ। ਪ੍ਰਕਾਸ਼ ਹੁੰਦਾ ਆ ਲਾਈਟ, ਲਾਈਟ ਡਿਨੋਟਸ ਕਲੈਰਿਟੀ। ਲਾਈਟ ਜਿਹੜੀ ਹੁੰਦੀ ਆ, ਪ੍ਰਕਾਸ਼ ਜਿਹੜਾ ਹੁੰਦਾ ਉਹ ਕਲੈਰਿਟੀ ਦੱਸਦਾ ਆ। ਤੋ ਸਾਡੀ ਲਾਈਫ ਦੇ ਵਿੱਚ ਜਿੱਥੇ ਜਿੱਥੇ ਹਨੇਰਾ ਆ, ਵੇਅਰ ਐਵਰ ਵੀ ਫਾਈਂਡ ਡਾਰਕਨੈਸ ਇਨ ਅਵਰ ਲਾਈਫ, ਡਾਰਕਨੈਸ ਹੈ ਨਾ, ਡਾਊਟਸ, ਫੀਅਰਸ, ਵਰੀਜ਼, ਐਂਗਜ਼ਾਇਟੀਜ਼, ਕੁਝ ਕਲੀਅਰ ਨਹੀਂ ਹੈ, ਇਹ ਡਾਰਕਨੈਸ ਹੈ। ਕਲੈਰਿਟੀ ਆ ਜਾਣਾ ਲਾਈਫ ਦੇ ਉਹਨਾਂ ਹਿੱਸਿਆਂ ਬਾਰੇ, ਉਹਨੂੰ ਕਹਿ ਗਿਆ ਲਾਈਟ। ਉੱਥੇ ਲਾਈਟ ਪੈ ਗਈ। ਹਨੇਰਾ ਰੂਮ ਸੀ, ਇਟ ਵਾਜ਼ ਅ ਡਾਰਕ ਰੂਮ, ਯੂ ਸਵਿਚ ਔਨ ਦ ਲਾਈਟ ਤੇ ਉੱਥੇ ਲਾਈਟ ਹੋ ਗਈ। ਹੁਣ ਸਭ ਕੁਝ ਦਿਖਾਈ ਦੇਣ ਲੱਗ ਗਿਆ, ਕਲੀਅਰ ਹੋ ਗਿਆ। ਇਸੇ ਤਰ੍ਹਾਂ ਲਾਈਫ ਦੇ ਰਸਤੇ ਤੇ, ਔਨ ਦ ਪਾਥ ਆਫ ਲਾਈਫ, ਵੀ ਵਾਂਟ ਕਲੈਰਿਟੀ। ਉਹ ਕਲੈਰਿਟੀ ਜਿਹੜੀ ਮਿਲਦੀ ਹੈ ਗੁਰੂ ਦੇ ਵਰਡਸ, ਗੁਰੂ ਦੇ ਸ਼ਬਦ, ਗੁਰੂ ਦੀ ਵਿਜ਼ਡਮ ਦੇ ਨਾਲ, ਫਿਰ ਹੁੰਦਾ ਹੈ। ਇਸੇ ਕਰਕੇ ਗੁਰੂ ਦਾ ਪ੍ਰਕਾਸ਼ ਹੁੰਦਾ ਹੈ। ਉਹ ਲਾਈਟ ਅਸੀਂ ਲੈਣੀ। ਗੁਰੂ ਤੇਗ ਬਹਾਦਰ ਸੇਜ਼, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਸੀ ਕਿੰਨੇ ਪਿਆਰ ਦੇ ਨਾਲ ਮਨ ਨੂੰ ਸਮਝਾਉਣਾ ਹੈ। ਸਤਸੰਗਤ, ਸ਼ਬਦ ਇਜ਼ ਨਾਟ, ਜਿਹੜੇ ਸ਼ਬਦ ਨੇ ਜਾਂ ਕੀਰਤਨ ਕਰਨਾ ਜਾਂ ਪਾਠ ਕਰਨਾ, ਇਟਸ ਨਾਟ ਫॉर द ਗੁਰੂ। ਅਸੀਂ ਗੁਰੂ ਵਾਸਤੇ ਪਾਠ ਨਹੀਂ ਕਰਨਾ, ਅਸੀਂ ਗੁਰੂ ਨੂੰ ਸੁਣਾਉਣ ਲਈ ਕੀਰਤਨ ਨਹੀਂ ਕਰਦੇ। ਅਸੀਂ ਇਸ ਪਰਸੈਪਸ਼ਨ ਚੋਂ ਬਾਹਰ ਆਈਏ। ਗੁਰੂ ਨੇ ਸਾਨੂੰ ਇਹ ਸ਼ਬਦ ਦਿੱਤੇ ਨੇ, ਗੁਰੂ ਨੇ ਸੁਣਾਇਆ ਹੈ। ਗੁਰੂ ਹੈਜ਼ ਗਿਵਨ ਅਸ ਥੀਜ਼ ਵਰਡਸ। ਇਹ ਵਰਡ ਸਾਨੂੰ ਗੁਰੂ ਨੇ ਦਿੱਤੇ ਨੇ ਕਿ ਇਹਨੂੰ ਪੜ੍ਹੋ, ਇਹਨੂੰ ਆਪਣੇ ਲਈ ਪੜ੍ਹੋ। ਵੀ ਹੈਵ ਟੂ ਰੀਡ ਬਾਣੀ ਫॉर ਆਵਰ ਸੈਲਫ, ਨਾਟ ਫॉर द ਗੁਰੂ। ਅਸੀਂ ਗੁਰੂ ਤੇ ਕੋਈ ਉਪਕਾਰ, ਕੋਈ ਅਹਿਸਾਨ, ਕੋਈ ਫੇਵਰ ਨਹੀਂ ਕਰ ਰਹੇ ਬਾਣੀ ਪੜ੍ਹ ਕੇ ਕਿ ਲੋ ਗੁਰੂ ਜੀ ਮੈਂ ਆਹ ਵਾਲਾ ਪਾਠ ਕਰ ਦਿੱਤਾ, ਹੁਣ ਮੈਨੂੰ ਇਹ ਦੇ ਦਿਓ। ਦਿਸ ਇਜ਼ ਨਾਟ ਦੈਟ ਕਾਈਂਡ ਆਫ ਬਿਜ਼ਨਸ। ਉਹ ਵਾਲਾ ਇੱਥੇ ਬਿਜ਼ਨਸ ਨਾ ਕਰੀਏ ਤੇ ਚੰਗਾ। ਹੁਣ ਸ਼ਬਦ ਦੇਖੋ ਧਿਆਨ ਨਾਲ ਤੇ ਸਮਝ ਆ ਜਾਏਗੀ। ਸਾਰੀ ਬਾਣੀ ਇਸ ਮਨ ਨੂੰ ਮਨਾਉਣ ਵਾਸਤੇ ਹੈ, ਰੱਬ ਨੂੰ ਨਹੀਂ ਮਨਾਉਣਾ, ਗੁਰੂ ਨੂੰ ਨਹੀਂ ਮਨਾਉਣਾ। ਵੀ ਆਰ ਨਾਟ ਹੇਅਰ ਟੂ ਪਲੀਜ਼ ਦ ਗੁਰੂ ਔਰ ਦ ਲਾਰਡ ਵਾਹਿਗੁਰੂ। ਉਹ ਤੇ ਮੰਨਿਆ ਹੋਇਆ ਹੈ, ਉਹ ਤੇ ਕਿਰਪਾ ਦਾ ਸਾਗਰ ਹੈ। ਬਾਣੀ ਚਾਹੁੰਦਾ ਕਿਰਪਾ ਨਿਧਾਨ, ਪਰਮਾਤਮਾ ਤੇ ਕਿਰਪਾ ਨਿਧਾਨ ਹੈ, ਆਲਵੇਜ਼ ਗ੍ਰੇਸਫੁਲ। ਉਹ ਤੇ ਹਮੇਸ਼ਾ ਬਲੈਸਿੰਗਸ ਕਰਦਾ ਆ, ਦੇਂਦਾ ਦੇ ਲੈਂਦੇ। ਅਸੀਂ ਥੱਕ ਜਾਂਦੇ ਹਾਂ, ਵੀ ਗੈਟ ਟਾਇਰਡ, ਵੀ ਗੈਟ ਐਗਜ਼ੌਸਟਿਡ। ਉਹ ਨਹੀਂ ਥੱਕਦਾ, ਉਹ ਤਾਂ ਦਿੰਦਾ ਆ। ਪ੍ਰੋਬਲਮ ਸਾਡੇ 'ਚ ਹੈ। ਗੁਰਬਾਣੀ ਰੱਬ ਨੂੰ ਮਨਾਉਣ ਵਾਸਤੇ ਨਹੀਂ ਹੈ। ਗੁਰਬਾਣੀ ਦਾ ਪਾਠ ਗੁਰੂ ਨੂੰ ਮਨਾਉਣ ਵਾਸਤੇ ਨਹੀਂ ਹੈ। ਗੁਰਬਾਣੀ ਦਾ ਪਾਠ ਹੈਗਾ ਆਪਣੇ ਮਨ ਨੂੰ ਮਨਾਉਣ ਵਾਸਤੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਅਸੀਂ ਆਪਣੇ ਆਪ ਨੂੰ ਮਨਾਉਣਾ, ਨੀਦਰ ਗੁਰੂ ਨੂੰ ਮਨਾਉਣਾ, ਨਾ ਵਾਹਿਗੁਰੂ ਨੂੰ ਮਨਾਉਣਾ, ਤੇ ਨਾ ਹੀ ਲੋਕਾਂ ਨੂੰ ਪ੍ਰੂਵ ਕਰਨਾ ਆ ਕਿ ਤੁਸੀਂ ਕਰੋ, ਤੁਸੀਂ ਕਰੋ। ਇਹ ਨਹੀਂ, ਅਸੀਂ ਆਪਣੇ ਆਪ ਨੂੰ ਮਨਾਉਣਾ। ਹੁਣ ਦੇਖੋ ਇੱਥੇ ਮਨ ਨੂੰ ਸੰਬੋਧਨ ਕਰਕੇ ਗੁਰੂ ਤੇਗ ਬਹਾਦਰ ਐਡਰੈਸਿਸ ਦ ਮਾਈਂਡ। ਅਸੀਂ ਇਹ ਜਦੋਂ ਸ਼ਬਦ ਪੜ੍ਹਨਾ ਹੈ, ਵੈਨ ਵੀ ਰੀਡ ਦਿਸ ਸ਼ਬਦ, ਵੀ ਹੈਵ ਟੂ ਐਡਰੈਸ ਅਵਰ ਓਨ ਮਾਈਂਡ। ਹਰ ਜਸ ਰੇ ਮਨਾ, ਮੇਰੇ ਮਨਾ ਸੁਣ। ਹਰ ਜਸ ਰੇ ਮਨਾ ਗਾਏ ਲੈ, ਹਰੀ ਦਾ ਜਸ ਗਾ ਲੈ। ਹਰੀ ਦਾ ਜਸ, ਹਰੀ ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ। ਪਰਮਾਤਮਾ ਦੇ ਜਿੰਨੇ ਕੁ ਵੀ ਨਾਮ ਨੇ, ਆਲ ਦ ਨੇਮਸ ਆਫ ਗॉड, ਵਾਹਿਗੁਰੂ, ਅੱਲਾ, ਖੁਦਾ, ਆਲ ਦ ਨੇਮਸ ਦੇ ਆਰ ਗਿਵਨ ਬਾਈ ਅਸ। ਉਹ ਅਸੀਂ ਦਿੱਤੇ ਹੈ, ਮਨੁੱਖ ਨੇ ਦਿੱਤੇ ਹੈ, ਬੰਦੇ ਨੇ ਦਿੱਤੇ ਹੈ, in their own language capacity, with their own understanding। ਅੰਡਰਸਟੈਂਡਿੰਗ ਕਿਸ ਚੀਜ਼ ਦੀ? ਜੋ ਪਰਮਾਤਮਾ ਦਾ ਗੁਣ ਅਸੀਂ ਦੇਖਿਆ, ਉਸ ਅਨੁਸਾਰ ਉਹਦਾ ਨਾਮ ਰੱਖ ਲਿਆ, ਉਸ ਅਨੁਸਾਰ। ਕਿਰਤਮ ਨਾਮ ਕਥੇ ਤੇਰੀ ਜਿਹਬਾ। ਕ੍ਰਿਤਰਮ ਹੁੰਦਾ ਆਰਟੀਫਿਸ਼ਲ। ਇਹ ਸਾਡੀ ਲੈਂਗੁਏਜ, ਸਾਡੇ ਵਰਡਸ ਨੇ ਜਿਹੜੇ ਅਸੀਂ ਨਾਮ ਰੱਖਦੇ ਹਾਂ, ਉਹਦੇ ਗੁਣਾਂ ਦੇ ਆਧਾਰ ਤੇ ਨਾਮ ਰੱਖਦੇ ਹਾਂ। ਇਸੇ ਕਰਕੇ ਨਾਮ ਦੀ ਬਹੁਤਾਇਤ ਡੈਫੀਨੇਸ਼ਨ ਜਿਹੜੀ ਆ ਗੁਣ ਵੀ ਹੈ। ਇਸ ਚੀਜ਼ ਨੂੰ ਚੇਤੇ ਰੱਖੀਏ। ਨਾਮ ਜਦੋਂ ਜਪਦੇ ਆ, ਅਸੀਂ ਉਸ ਪ੍ਰਮਾਤਮਾ ਦੇ ਗੁਣ ਨੂੰ ਜਪਦੇ ਹਾਂ। ਇਸੇ ਕਰਕੇ ਜਸ ਗਾਉਣਾ, ਗੁਣ ਗਾਉਣਾ, ਨਾਮ ਜਪਣਾ, ਗਿਆਨ ਜਪਣਾ। ਐਸਾ ਗਿਆਨ ਜਪੋ ਮਨ ਮੇਰੇ। ਗੁਰਬਾਣੀ ਵਿੱਚ ਬੇਅੰਤ ਥਾਵੇਂ ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਵਰਡਸ ਜਿਹੜੇ ਨੇ ਉਹ ਆਉਣਗੇ, ਪਰ ਸਾਨੂੰ ਸਮਝਣਾ ਚਾਹੀਦਾ ਹੈ। ਨਾਮ ਜਿਹੜੇ ਨੇ ਰੱਬ ਦੇ, ਉਹ ਬੰਦੇ ਨੇ ਰੱਖੇ ਹੈ। We have coined those names according to our languages, according to our understanding about that Lord। ਉਹਦੇ ਗੁਣਾ ਕਰਕੇ ਅਸੀਂ ਜਾਣਿਆ। ਹੁਣ ਹਰੀ ਨਾਮ ਜਿਹੜਾ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਵਾਰ ਇਸਤੇਮਾਲ ਕੀਤਾ। ਹੀ ਹੈਜ਼ ਯੂਜ਼ਡ ਦਿਸ ਨੇਮ ਹਰੀ ਇਨ ਹਿਜ਼, ਬਹੁਤ ਸਾਰੀ ਬਾਣੀ ਵਿੱਚ ਉਹਨਾਂ ਨੇ ਇਹ ਯੂਜ਼ ਕੀਤਾ। ਹਰੀ ਹੈਗਾ ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ, ਵਨ ਹੂ ਇਜ਼ ਦ ਨਰਿਸ਼ਰ ਆਫ ਆਲ, ਜਿਹਨੇ ਲਾਈਫ ਦਿੱਤੀ ਹੈ ਸਾਰਿਆਂ ਨੂੰ। ਔਰ ਸਿੰਪਲ ਟਰਮਸ 'ਚ ਕਹੀਏ ਤਾਂ ਸੋਰਸ ਆਫ ਲਾਈਫ। ਜਿਹੜਾ ਸੋਰਸ ਆਫ ਲਾਈਫ ਹੈ, ਜਿਹੜਾ ਸਾਡੇ ਜੀਵਨ ਦਾ ਸਰੋਤ ਹੈ, ਜਿਹੜਾ ਸਾਡੇ ਅੰਦਰ ਬੈਠਾ ਹੈ, ਸਾਡੇ ਜੀਵਨ ਦਾ ਸਰੋਤ, ਸੋਰਸ ਆਫ ਆਵਰ ਲਾਈਫ, ਉਹ ਹੈ ਹਰੀ ਪ੍ਰਮਾਤਮਾ। ਜਸ, ਉਹਦਾ ਜਸ ਗਾਉਣਾ। ਹੁਣ ਰੱਬ ਦਾ ਜਸ ਗਾਉਣਾ, ਗੁਣ ਗਾਉਣਾ, ਵਡਿਆਈਆਂ ਕਰਨੀਆਂ, ਫਿਰ ਅਸੀਂ ਟਰੈਪ ਹੋ ਜਾਂਦੇ। ਸਾਨੂੰ ਲੱਗਦਾ ਕਿ ਉਹਦੀਆਂ ਵਡਿਆਈਆਂ ਕਰਨ ਦਾ ਮਤਲਬ ਇਹ ਹੈਗਾ, ਫਿਰ ਕੋਈ ਕਹਿ ਦਿੰਦਾ ਨਾ ਸਾਨੂੰ
ਕਿ ਗੋਡ ਇਜ਼ ਲਾਈਕ ਉਹਨੂੰ ਤੁਸੀਂ ਫਲੈਟਰੀ ਕਰਦੇ ਹੋ, ਯੂ ਨੀਡ ਟੂ ਫਲੈਟਰ ਹਿਮ। ਉਹ ਪਰਮਾਤਮਾ ਨੂੰ ਫਲੈਟਰ ਕਰੋਗੇ ਉਹਦੀਆਂ ਵਡਿਆਈਆਂ ਕਰਕੇ, ਉਹਦੀ ਤਾਰੀਫ ਕਰਕੇ ਕਿ ਉਹ ਖੁਸ਼ ਹੋ ਜਾਏਗਾ, ਕੁਝ ਦੇ ਦੇਗਾ। ਨਹੀਂ, ਗੁਰਬਾਣੀ ਵਿੱਚ ਜਸ ਗਾਉਣਾ, ਗੁਣ ਗਾਉਣਾ, ਪਰਮਾਤਮਾ ਦੀ ਵਡਿਆਈ ਗਾਉਣ ਦਾ ਮਤਲਬ ਇਹ ਨਹੀਂ that it pleases God, ਇਹਦੇ ਨਾਲ ਰੱਬ ਖੁਸ਼ ਹੋ ਜਾਏਗਾ। ਨਹੀਂ, ਇਹ ਨਹੀਂ ਹੈ, ਇਹ ਹਰਗਿਜ਼ ਨਹੀਂ ਹੈ। ਗੁਣ ਗਾਉਣੇ ਨੇ ਉਹ ਗੁਣ ਆਪਣੇ ਅੰਦਰ ਉਤਾਰਨ ਵਾਸਤੇ। ਜਸ ਗਾਉਣਾ ਹੈ ਆਪਣੇ ਅੰਦਰ ਉਹ ਗ੍ਰੈਟੀਟਿਊਡ ਲੈ ਕੇ ਆਉਣ ਲਈ, ਥੈਂਕਫੁਲਨੈਸ ਲੈ ਕੇ ਆਉਣ ਲਈ। ਹੁਣੇ ਆਪਾਂ ਇਸ ਸ਼ਬਦ ਰਾਹੀਂ ਪੂਰੀ ਤਰ੍ਹਾਂ ਇਸ ਗੱਲ ਨੂੰ ਸਮਝਾਂਗੇ। ਰੱਬ ਦੇ ਗੁਣ, ਰਾਮ, ਰੋਮ ਰੋਮ ਵਿੱਚ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ। ਜਦੋਂ ਉਹਦਾ ਨਾਮ ਮੈਂ ਰਾਮ ਬੋਲਿਆ, ਰਾਮ ਨੂੰ ਜਪਿਆ, ਫੋਕਸ ਕੀਤਾ, ਧਿਆਨ ਕੀਤਾ ਰਾਮ ਦੇ ਉੱਤੇ, ਤੇ ਮੇਰੇ ਅੰਦਰ ਗੁਣ ਕੀ ਆਉਣਾ ਚਾਹੀਦਾ? that I should have that feeling that the Lord is omnipresent, ਮੇਰੇ ਅੰਦਰ ਬਾਹਰ ਹਰ ਜਗ੍ਹਾ ਉਹ ਬਿਰਾਜ ਰਿਹਾ ਆ। ਇਹ ਗੁਣ ਜਦੋਂ ਮੇਰੇ ਅੰਦਰ ਆਉਂਦਾ ਤੇ ਫਿਰ ਮੈਂ ਰਾਮ ਨੂੰ ਜਪਿਆ ਹੈ। ਅਦਰਵਾਈਜ਼ ਮਕੈਨੀਕਲ ਰਿਪੀਟੀਸ਼ਨ ਆਫ ਸਰਟਨ ਨੇਮ, ਉਹਨੂੰ ਸਿਮਰਨ ਨਹੀਂ ਬਾਣੀ 'ਚ ਮੰਨਿਆ ਗਿਆ। ਠੀਕ ਹੈ, ਅਸੀਂ ਉੱਥੋਂ ਸ਼ੁਰੂਆਤ ਕਰ ਸਕਦੇ, ਵੀ ਮੈਂ ਸਟਾਰਟ ਇਟ ਫਰਮ ਦੇਅਰ, ਬਟ ਉਹ ਨਾਮ ਜਿਹੜੇ ਸਾਡੇ ਦਿੱਤੇ ਹੋਏ ਨੇ, ਉਹਨਾਂ ਨਾਮਾਂ ਦੇ ਨਾਲ ਗੁਣ ਜੁੜੇ ਨੇ। ਉਸ ਗੁਣ ਦਾ ਅੰਦਰ ਉਤਰਨਾ ਬੜਾ ਜ਼ਰੂਰੀ ਹੈ। ਵੀ ਨੀਡ ਟੂ ਐਬਜ਼ੌਰਬ ਦੋਜ਼ ਵਰਚੂਜ਼ ਐਸੋਸੀਏਟਡ ਵਿਦ ਦੋਜ਼ ਨੇਮਸ। ਹਰੀ, ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ। ਵੰਸ ਆਈ ਇੰਟਰਨਲਾਈਜ਼, ਵੰਸ ਆਈ ਐਬਜ਼ੌਰਬ ਦੈਟ ਉਹ ਕੁਆਲਿਟੀ ਉਸ ਪਰਮਾਤਮਾ ਦੀ ਜੋ ਮੈਂ ਐਬਜ਼ੌਰਬ ਕਰ ਲੈਣਾ ਆ ਆਪਣੇ ਅੰਦਰ, ਮੈਂ ਸਮਝ ਲੈਣਾ ਆ, ਤਾਂ ਮੈਨੂੰ ਪਤਾ ਲੱਗੇਗਾ ਕਿ ਸੋਰਸ ਆਫ ਮਾਈ ਲਾਈਫ, ਦੈਟ ਨਰਿਸ਼ਰ, ਦੈਟ ਗ੍ਰੇਟ ਨਰਿਸ਼ਰ, ਉਹ ਹਰੀ ਪਰਮਾਤਮਾ। ਉਹਦਾ ਜਸ ਗਾਉਣਾ, ਉਹਦੇ ਉਸ ਕੁਆਲਿਟੀ ਨੂੰ ਚੇਤੇ ਰੱਖਣਾ, ਉਹ ਕੁਆਲਿਟੀ ਜਿਹੜੀ ਹਰੀ ਵਾਲੀ ਹੈ। ਫਿਰ ਕੀ ਹੋਏਗਾ, ਅਸੀਂ ਇਸ ਸ਼ਬਦ ਵਿੱਚ ਅੱਗੇ ਚੱਲ ਕੇ ਦੇਖਦੇ ਹਾਂ। ਸਤਿਗੁਰੂ ਤੇਗ ਬਹਾਦਰ ਸੇਜ਼, ਹਰ ਜਸ ਰੇ ਮਨਾ ਗਾਏ ਲੈ, ਗਾ ਉਹਦਾ ਜਸ ਗਾ, ਜੋ ਸੰਗੀ ਹੈ ਤੇਰੋ। ਇਹੀ ਤੇਰਾ ਅਸਲੀ ਕੰਪੈਨੀਅਨ ਹੈ, ਅਸਲੀ ਸਾਥੀ ਹੈ ਤੇਰਾ, ਬਾਕੀ ਸਾਥੀ ਝੂਠੇ ਨੇ। ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਸੋਸ਼ਲ ਸਰਕਲ ਵਿੱਚ ਹੁਣ ਕਿਸੇ ਨੂੰ ਦੇਖਾਂ ਹੀ ਨਾ ਕਿ ਇਹ ਵੀ ਮੇਰਾ ਦੋਸਤ ਹੋ ਸਕਦਾ ਹੈ, ਇਹ ਵੀ ਮੇਰਾ ਮਿੱਤਰ, ਫਰੈਂਡ ਹੋ ਸਕਦਾ ਹੈ। these are my relatives, so these are not my real companions. I should leave them aside. I should leave the world. I should leave the family and society life. ਇਹ ਨਹੀਂ ਹੈ, ਇਹ ਨਹੀਂ ਕਰਨਾ। ਜੋ ਸੰਗੀ ਹੈ ਤੇਰੋ ਦਾ ਮਤਲਬ ਇਹ ਨਹੀਂ ਕਿ ਹੁਣ ਕਿਉਂਕਿ ਇੱਥੇ ਗੁਰੂ ਸਾਹਿਬ ਨੇ ਤੇ ਕਹਿ ਦਿੱਤਾ ਕਿ ਹਰ ਜਸ ਮੇਰਾ ਸੰਗੀ ਹੈ, ਸੋ what I should do, ਕਿ ਮੈਨੂੰ ਤਾਂ ਸਿਰਫ ਗਾਉਂਦੇ ਰਹਿਣਾ ਚਾਹੀਦਾ ਹਰੀ ਦੇ ਜਸ, ਕਿਤੇ ਬੈਠ ਕੇ ਕਿਸੇ ਮੰਦਿਰ ਵਿੱਚ, ਕਿਸੇ ਗੁਰਦੁਆਰੇ ਵਿੱਚ, ਕਿਸੇ ਖਾਸ ਪਲੇਸ ਉੱਤੇ ਬੈਠ ਕੇ I should sing the praises of the Lord, and because that's my real companion, and I should walk away from the family or society or all other companions ਜਿਨ੍ਹਾਂ ਨੂੰ ਮੈਂ ਮੰਨਿਆ ਹੋਇਆ ਬਾਹਰੋਂ। ਨਹੀਂ, ਉਹ ਨਹੀਂ। ਅਸੀਂ ਫਿਰ ਲਿਟਰਲ ਮੀਨਿੰਗਸ 'ਚ ਨਾ ਜਾਈਏ। ਲਿਟਰਲ ਮੀਨਿੰਗਸ ਦੇ ਵਿੱਚ ਪੈ ਕੇ ਅਸੀਂ ਅਸਲੀ ਜਿਹੜਾ ਥੀਮ ਹੈ ਉਸ ਚੀਜ਼ ਨੂੰ ਭੁੱਲ ਜਾਂਦੇ। ਜੋ ਸੰਗੀ ਹੈ ਤੇਰੋ, ਇਸ ਪਾਥ ਆਫ ਲਾਈਫ, ਇਸ ਜਰਨੀ ਆਫ ਲਾਈਫ ਦੇ ਵਿੱਚ ਜਿਹੜਾ ਤੇਰਾ ਰੀਅਲ ਕੰਪੈਨੀਅਨ ਹੈ, ਜਿਹਨੇ ਤੈਨੂੰ ਪੀਸ ਦੇਣਾ ਹੈ, ਜਿਹਨੇ ਤੈਨੂੰ ਆਨੰਦ ਦੇਣਾ ਹੈ, ਜਿਹਨੇ ਤੇਰੇ ਅੰਦਰ ਪਰਮਾਨੈਂਟ ਬਲਿਸ ਬਣਾਉਣੀ ਹੈ। ਬਾਹਰ ਦੇ ਕੰਪੈਨੀਅਨਸ ਜਿਹੜੇ ਨੇ ਉਹ ਟੈਂਪਰੇਰੀ ਨੇ। ਮੇਰਾ ਫਰੈਂਡ ਮੇਰੇ ਕੋਲ ਆ ਕੇ ਬੈਠਾ, ਆਈ ਵਾਜ਼ ਫੀਲਿੰਗ ਸਮ ਔਡ, ਕੁਝ ਬੁਰਾ ਲੱਗ ਰਿਹਾ ਸੀ, ਕੁਝ ਟਰਬਲਡ ਫੀਲ ਕਰ ਰਿਹਾ ਸੀ। ਕੋਈ ਮਿੱਤਰ ਆ ਗਿਆ, ਕੋਈ ਫਰੈਂਡ ਆ ਗਿਆ, ਕੋਈ ਰਿਲੇਟਿਵ ਆ ਗਿਆ, ਦੇ ਸੈਟ ਬਿਸਾਈਡ ਮੀ, ਵੀ ਹੈਡ ਅ ਟਾਕ ਐਂਡ ਆਈ ਫੀਲ ਰਿਲੀਵਡ। ਦਿਸ ਇਜ਼ ਗੁੱਡ, ਨਥਿੰਗ ਰੋਂਗ ਇਨ ਇਟ। ਇਹ ਹੋਣਾ ਵੀ ਚਾਹੀਦਾ, ਇਹ ਸਾਨੂੰ ਕਰਨਾ ਵੀ ਚਾਹੀਦਾ ਆਪਣੇ ਫਰੈਂਡਸ, ਰਿਲੇਟਿਵਸ ਦੇ ਨਾਲ, ਖਾਸ ਕਰ ਦ ਟਾਈਮਸ ਵਿਚ ਵੀ ਆਰ ਲਿਵਿੰਗ ਰਾਈਟ ਨਾਓ, ਇਹ ਕਰੋਨਾ ਟਾਈਮਸ। ਅਦਰਵਾਈਜ਼ ਵੀ ਜਿਹੜੀ ਲਾਈਫ ਇੰਨੀ ਫਾਸਟ ਪੇਸਡ ਬਣ ਗਈ ਹੈ that we rarely have time for each other. ਅਸੀਂ ਬਿਲਕੁਲ ਹੀ ਛੱਡ ਚੁੱਕੇ ਹਾਂ ਕਿਸੇ ਨੂੰ ਸਮਾਂ ਦੇਣਾ, ਈਵਨ ਆਪਣੇ ਬੱਚਿਆਂ ਨੂੰ ਵੀ ਸਮਾਂ ਨਹੀਂ ਦੇ ਪਾ ਰਹੇ। ਦੇਣਾ ਚਾਹੀਦਾ ਹੈ। ਇਹ ਬਾਹਰਲੀ ਕੰਪੈਨੀਅਨਸ਼ਿਪ ਬਹੁਤ ਜ਼ਰੂਰੀ ਹੈ, ਪਰ ਮੇਰੇ ਮਨਾ ਚੇਤੇ ਰੱਖ, ਈਵਨ ਵੈਨ ਯੂ ਹੈਵ lots of companions outside and lots of money and support, everything outside, it's you, ਜਿਹੜਾ ਤੇਰੇ ਅੰਦਰ ਹੈ ਨਾ, ਜਿਹੜਾ ਮਨ ਹੈ, ਅਸਲ ਵਿੱਚ ਉੱਥੇ ਕੀ ਚੱਲ ਰਿਹਾ ਆ। ਜਿੱਦਾਂ ਅਸੀਂ ਪਿੱਛੇ ਇੱਕ ਸ਼ਬਦ ਸੁਣਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ, ਬਿਰਥਾ ਕਹੋ ਕੌਣ ਸਿਉ ਮਨ ਕੀ, ਕਿ ਅੰਦਰ ਕੀ ਪੇਨ ਹੈ। ਅੰਦਰਲੀ ਪੇਨ ਜੇ ਕਲੀਅਰ ਨਾ ਹੋਈ, ਅੰਦਰਲੀ ਜੇ ਪ੍ਰੋਬਲਮ ਸੋਲਵ ਨਾ ਹੋਈ, ਬਾਹਰਲੇ ਕੰਪੈਨੀਅਨਸ ਵਿਚਾਰੇ ਕੁਝ ਨਹੀਂ ਕਰ ਪਾਣਗੇ, ਬਿਕੋਜ਼ ਉਹ ਟੈਂਪਰੇਰੀ ਨੇ। ਉਹ ਮੇਰੇ ਲਾਗੇ ਬੈਠਦੇ ਨੇ, ਉਹ ਮੇਰੇ ਕੋਲ ਆਉਂਦੇ ਨੇ, ਉਹ ਮੇਰੀ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ। ਪਰ ਹਰ ਜਸ, ਹਰੀ ਦਾ ਜਸ ਜੇ ਤੂੰ ਕਰ ਲਵੇਂ, ਜੇ ਗਾਉਣ ਲੱਗ ਜਾਵੇਂ, ਗਾਉਣ ਦਾ ਮਤਲਬ ਡਜ਼ਨਟ ਮੀਨ ਜਸਟ ਸਿੰਗਿੰਗ। ਇਸ ਚੀਜ਼ ਨੂੰ ਚੇਤੇ ਰੱਖੀਏ। ਗਾਉਣਾ, ਮਨ ਗਾ ਰਿਹਾ ਹੈ ਕਿ ਨਹੀਂ ਗਾ ਰਿਹਾ। ਜ਼ੁਬਾਨ ਤੋਂ ਤੇ ਬਹੁਤ ਲੋਕ ਗਾ ਲੈਂਦੇ ਨੇ, ਜ਼ੁਬਾਨ ਤੋਂ, ਮੂੰਹ ਤੋਂ ਤੇ ਅਸੀਂ ਸਾਰੇ ਕਹਿ ਰਹੇ ਹਾਂ ਕਿ ਸਭ ਕੁਝ ਠੀਕ ਹੈ, ਪਰ ਅੰਦਰ ਕੀ ਚੱਲ ਰਿਹਾ ਆ, ਮਾਈਂਡ 'ਚ ਕੀ ਚੱਲ ਰਿਹਾ ਹੈ, ਮੈਟਰ ਉਹ ਕਰਦਾ ਆ ਅੰਦਰੋਂ।
ਬਾਹਰ ਬਹੁਤ ਸਾਰੇ ਫਰੈਂਡਸ ਹੋਣਗੇ, ਰਿਲੇਟਿਵਸ ਹੋਣਗੇ, ਬਾਹਰੋਂ ਮੇਰੇ ਕੋਲ ਕੰਪੈਨੀਅਨਸ਼ਿਪ ਵਾਸਤੇ ਮੇਰੀ ਵੈਲਥ ਵੀ ਹੋਏਗੀ, ਪਾਵਰ ਵੀ ਹੋਏਗੀ, ਪਰ ਅੰਦਰ ਕੀ ਹੈ? ਅੰਦਰ ਮੇਰਾ ਕੰਪੈਨੀਅਨ ਕੌਣ ਹੈ? ਜੇ ਅੰਦਰ ਮੈਂ ਆਪਣੇ ਕੰਪੈਨੀਅਨਸ ਵਿਕਾਰਾਂ ਨੂੰ ਬਣਾ ਲਿਆ, ਵਾਈਸਸ ਨੂੰ ਬਣਾ ਲਿਆ, ਬੁਰਾਈਆਂ ਨੂੰ ਬਣਾ ਲਿਆ, that ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, greed, lust, anger, desires, hatred, jealousy, envy, ਇਹ ਸਭ ਕੁਝ ਜੇ ਮੇਰੇ ਅੰਦਰ ਇਹ ਮੇਰੇ ਕੰਪੈਨੀਅਨਸ ਬਣ ਰਹੇ, ਫਿਰ ਤਾਂ ਕਦੀ ਵੀ ਚੈਨ ਨਹੀਂ ਆਣਾ। ਅਸਲੀ ਕੰਪੈਨੀਅਨ ਕਿੱਥੇ ਹੈ? ਕਿ ਅਸੀਂ ਜੋ ਹਰੀ ਹੈ ਦ ਸੋਰਸ ਆਫ ਲਾਈਫ, ਜਿਸ ਨੂੰ ਅਸੀਂ ਸਿੱਧਾ ਕਹਿ ਲਈਏ ਜੀਵਨ। ਸਾਡਾ ਜੀਵਨ ਪ੍ਰਮਾਤਮਾ ਦਾ ਰੂਪ ਹੈ। Guru Arjan Sahib, the fifth Guru, he describes it, very beautifully. He defines it in Sukhmani Sahib. He says, "So kyun bisre jin sab kich diya?" ਅਸੀਂ ਕਿਉਂ ਭੁੱਲਦੇ ਹਾਂ ਜਿਨਨੇ ਸਾਰਾ ਕੁਝ ਦਿੱਤਾ ਹੈ? How can we forget one who has given everything to us? ਕਿਹਨੇ ਦਿੱਤਾ? ਜੀਵਨ ਨੇ ਦਿੱਤਾ। Once you get birth, ਫਿਰ ਹੀ ਤੁਹਾਨੂੰ ਸਭ ਕੁਝ ਮਿਲਦਾ ਹੈ। ਇਹ ਧੀਆਂ ਪੁੱਤਰ, ਇਹ ਮਾਤਾ ਪਿਤਾ, ਪਹਿਲਾਂ ਮਾਤਾ ਪਿਤਾ ਮਿਲੇ, ਫਿਰ ਭੈਣ ਭਰਾ ਮਿਲੇ, ਫਿਰ everything around, ਤੁਸੀਂ ਐਜੂਕੇਸ਼ਨ ਲੈਂਦੇ ਹੋ, ਤੁਸੀਂ ਸਕੂਲ ਜਾਂਦੇ ਹੋ, ਫਰੈਂਡਸ ਬਣਾਉਂਦੇ ਹੋ, you earn money, you earn power, you earn recognition, fame and name, whatever। ਇਹ ਸਭ ਕੁਝ ਆਉਂਦਾ ਕਿੱਥੋਂ ਹੈ? ਵਿਦਆਊਟ ਲਾਈਫ ਇਟਸ ਨਾਟ ਪੋਸੀਬਲ ਐਟ ਆਲ। ਤੁਹਾਨੂੰ ਲਾਈਫ ਮਿਲੀ ਹੈ ਤੇ ਇਹ ਸਭ ਕੁਝ ਮਿਲਿਆ ਆ। ਉਹ ਲਾਈਫ, ਦ ਸੋਰਸ ਆਫ ਲਾਈਫ, ਜੇ ਉਹਦੇ ਵੱਲ ਧਿਆਨ ਨਹੀਂ, ਜੇ ਉਹਨੂੰ ਐਪਰੀਸ਼ੀਏਟ ਨਹੀਂ ਕੀਤਾ, ਜੇ ਉਹਦੇ ਵੱਲ ਥੈਂਕਫੁਲ ਨਹੀਂ ਹੋਏ, ਤੇ ਬਾਕੀਆਂ ਚੀਜ਼ਾਂ ਨੂੰ ਅਸੀਂ ਕੀ ਕਰ ਲਵਾਂਗੇ? We'll never be satisfied with any amount of things, any amount of success and achievements outside, until we are ਜੇ ਅੰਦਰ ਅਸੀਂ thankful ਨਹੀਂ ਹੋ ਪਾ ਰਹੇ, until we appreciate that breathe, ਉਹ ਸਾਹ ਜਿਹੜਾ ਆ ਰਿਹਾ ਆ, ਜਿਹੜਾ ਚੱਲ ਰਿਹਾ ਆ, ਜਿਹੜਾ ਦਿਲ ਧੜਕ ਰਿਹਾ ਆ, ਜਿਹੜੀ ਨਬਜ਼ ਚੱਲ ਰਹੀ ਹੈ, that pulse ਚੱਲ ਰਹੀ ਹੈ ਨਾ। ਅੱਜ ਦੇਖੋ ਸਮਾਜ ਦੀ ਹਾਲਤ, ਜਦੋਂ ਅਸੀਂ ਦੇਖਦੇ ਹਾਂ ਕਿੰਨੀ ਪੀੜਾ, ਕਿੰਨੀ ਪੇਨ ਆਪਣੇ ਮਨ 'ਚ ਹੁੰਦੀ ਹੈ, the way people are falling down with that disease, ਜਿਨ੍ਹਾਂ ਨੂੰ ਸਾਹ ਨਹੀਂ ਆ ਰਿਹਾ, ਉਹਨਾਂ ਨੂੰ ਵੇਖ ਕੇ ਉਸ ਵੇਲੇ ਤੇ ਐਪਰੀਸ਼ੀਏਟ ਕਰੋ ਐਟਲੀਸਟ, ਕਿ ਤੁਹਾਨੂੰ ਮਿਲਿਆ ਆ, ਤੁਹਾਨੂੰ ਐਡਾ ਕੁਛ ਰੱਬ ਨੇ ਦਿੱਤਾ ਆ। ਤੁਸੀਂ ਰੱਬ ਨੂੰ ਐਪਰੀਸ਼ੀਏਟ ਤਾਂ ਬੜੀ ਦੂਰ ਕਰੋਗੇ। ਅਸੀਂ ਇਹ ਮੰਨਣਾ ਕਿ ਇਹ ਪਾਣੀ ਰੱਬ ਨੇ ਦਿੱਤਾ ਆ, ਇਹ ਧੀਆਂ ਪੁੱਤਰ ਰੱਬ ਨੇ, ਬਿਕੋਜ਼ ਵੀ ਕੈਨ ਨਾਟ ਸਾਡੇ ਲਈ ਬੜਾ ਡਿਫਿਕਲਟ ਹੋ ਜਾਂਦਾ ਇਸ ਚੀਜ਼ ਨੂੰ ਮੰਨਣਾ, ਇਸ ਚੀਜ਼ ਨੂੰ ਐਕਸੈਪਟ ਕਰਨਾ ਕਿ ਇਹ ਵੀ ਉਹਨੇ ਦਿੱਤਾ ਆ। ਇਹ ਤੇ ਮੇਰੇ ਐਫਰਟਸ ਨੇ। I did so many efforts to achieve this success, to achieve this target। ਮੈਂ ਮਿਹਨਤ ਕੀਤੀ ਹੈ, ਮੈਨੂੰ ਮਿਲਿਆ ਆ। ਐਵੇਂ ਕਿੱਦਾਂ ਮੈਂ ਕਹਿ ਦੇਵਾਂ ਕਿ ਕਿਸੇ ਹੋਰ ਨੇ ਮੇਰੇ ਤੇ ਕਿਰਪਾ ਕਰਤੀ ਹੈ? ਪਰ ਇਹ ਤਾਂ ਜਾਣੋ ਕਿ ਇਹ ਸਭ ਕੁਝ ਹੈ ਇਸੇ ਕਰਕੇ ਹੀ ਹੈ, ਬਿਕੋਜ਼ ਯੂ ਹੈਵ ਲਾਈਫ ਇਨ ਯੂ। ਤੁਹਾਡੇ ਅੰਦਰ ਜ਼ਿੰਦਗੀ ਹੈ ਤਾਂ ਇਹ ਸਾਰਾ ਕੁਝ ਹੈਗਾ ਆ। ਹਰ ਜਸ ਰੇ, ਹਰੀ ਜਸ, ਉਹ ਹਰੀ ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ, ਜਿਹਦੇ ਕਰਕੇ ਤੂੰ ਹਰਿਆ ਭਰਿਆ ਹੈ, ਬਿਕੋਜ਼ ਆਫ ਵਿਚ ਯੂ ਆਰ ਲਿਵਿੰਗ। ਸੋ ਕਿਉਂ ਬਿਸਰੇ ਜਿਨ ਸਭ ਕੁਛ ਦੀਆ, ਉਹ ਸਾਰਾ ਕੁਝ ਤੂੰ ਚੇਤੇ ਤੈਨੂੰ ਆ ਜਾਏਗਾ ਕਿ ਕਿੰਨੇ ਦਿੱਤਾ ਹੈ, ਜੇ ਤੂੰ ਇਹ ਜਾਣੇ ਕਿ ਸੋ ਕਿਉਂ ਬਿਸਰੇ ਜੇ ਜੀਵਨ ਜੀਆ, ਜਿਹੜਾ ਤੇਰੇ ਅੰਦਰ ਜੀ ਰਿਹਾ ਆ। ਇਸ ਚੀਜ਼ ਨੂੰ ਚੇਤੇ ਰੱਖ। ਵਨ ਹੂ ਇਜ਼ ਲਿਵਿੰਗ ਵਿਦ ਇਨ ਯੂ, ਜਿੱਦਣ ਉਹ ਨਹੀਂ ਹੁੰਦਾ, ਯੂ ਆਰ ਜਸਟ ਬੋਡੀ ਲਾਈਂਗ ਔਨ ਦ ਫਲੋਰ, ਹੋਰ ਕੁਝ ਵੀ ਨਹੀਂ ਰਹਿੰਦੇ ਅਸੀਂ। ਜਿੱਦਣ ਤੱਕ ਉਹ ਸਾਡੇ ਅੰਦਰ ਹੁੰਦਾ ਆ, ਜਦੋਂ ਤੱਕ ਉਹ ਜੋਤ ਸਾਡੇ ਅੰਦਰ ਹੈ, ਉਦੋਂ ਤੱਕ ਅਸੀਂ ਬੋਲਦੇ ਹਾਂ, ਉਦੋਂ ਤੱਕ ਅਸੀਂ ਹੱਸਦੇ ਹਾਂ, ਖੇਡਦੇ ਹਾਂ, ਉਦੋਂ ਤੱਕ ਅਸੀਂ ਚੀਜ਼ਾਂ ਐਕਵਾਇਰ ਕਰ ਸਕਦੇ ਹਾਂ, ਉਦੋਂ ਤੱਕ ਅਸੀਂ ਕੰਪੈਨੀਅਨਸ, ਰਿਲੇਟਿਵਸ, ਫਰੈਂਡਸ ਬਾਹਰੋਂ ਬਣਾ ਸਕਦੇ ਹਾਂ। ਪਰ ਜਦੋਂ ਉਹ ਅੰਦਰ ਨਾ ਹੋਵੇ, ਤਾਂ ਸਾਡਾ ਸਭ ਤੋਂ ਵੱਡਾ ਕੰਪੈਨੀਅਨ, ਸਭ ਤੋਂ ਵੱਡਾ ਸੁੱਖ, ਸਭ ਤੋਂ ਵੱਡੀ ਸਾਡੀ ਪਾਵਰ, ਸਭ ਤੋਂ ਵੱਡਾ ਐਸਾ ਕੀ ਹੈ, ਕਿਹੜੀ ਵਰਚਿਊ ਹੈ ਸਾਡੇ ਕੋਲ, ਜਿਹਦੀ ਐਪਰੀਸੀਏਸ਼ਨ ਜ਼ਰੂਰੀ ਹੈ, ਜਿਹਦਾ ਜਸ ਗਾਉਣਾ ਜ਼ਰੂਰੀ ਹੈ, ਜਿਹਦੇ ਪ੍ਰਤੀ ਥੈਂਕਫੁਲ ਹੋਣਾ ਜ਼ਰੂਰੀ ਹੈ, ਉਹ ਹੈ ਲਾਈਫ। ਲਾਈਫ ਇਟਸੈਲਫ, ਜਿਹੜੀ ਆਪ ਪਰਮਾਤਮਾ ਦਾ ਰੂਪ ਹੈ। ਅਸੀਂ ਵਰਡ ਦਿੱਤਾ ਸਾਡੇ ਕਲਚਰ ਦੇ ਵਿੱਚ ਆਤਮਾ, ਤੇ ਜਿਹਨੂੰ ਅਸੀਂ ਪਰਮਾਤਮਾ ਕਿਹਾ, ਵਾਹਿਗੁਰੂ ਕਿਹਾ, ਖੁਦਾ ਕਿਹਾ, ਉਹਨੂੰ ਕਿਹਾ ਪਰਮਾਤਮਾ। ਪਰਮ ਆਤਮਾ ਦਾ ਹਿੱਸਾ ਆਤਮਾ, ਉਹ ਜੋਤ, ਉਹਦੀ ਜੋਤ ਸਾਡੇ ਵਿੱਚ। ਸਭ ਮੈਂ ਜੋਤ ਜੋਤ ਹੈ, ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ, ਉਹਦੇ ਕਰਕੇ ਸਾਡੇ ਚਾਨਣ ਹੈ, ਉਹਦੇ ਕਰਕੇ ਅਸੀਂ ਹਰੇ ਭਰੇ ਹਾਂ, ਉਹਦੇ ਕਰਕੇ ਅਸੀਂ ਜੀ ਰਹੇ ਹਾਂ, ਵੀ ਆਰ ਲਿਵਿੰਗ। ਉਹਦੇ ਪ੍ਰਤੀ ਧੰਨਵਾਦੀ ਹੋਣਾ, ਉਹਦੇ ਪ੍ਰਤੀ ਥੈਂਕਫੁਲ ਹੋਣਾ, ਉਹਨੂੰ ਐਪਰੀਸ਼ੀਏਟ ਕਰਨਾ, ਇਹ ਸਭ ਤੋਂ ਵੱਡਾ ਕੰਪੈਨੀਅਨ ਹੈ। ਜੇ ਅਸੀਂ ਉਸ ਨੂੰ ਐਪਰੀਸ਼ੀਏਟ ਕਰਨਾ ਸ਼ੁਰੂ ਕਰ ਲਿਆ, ਅਸੀਂ ਜਾਣੀਏ ਕਿ ਸਾਡਾ ਸੰਗੀ ਉਹ ਹੈ, ਜਿਹੜਾ ਸਾਡਾ ਜੀਵਨ ਜਿਸ ਨੇ ਦਿੱਤਾ ਹੋਇਆ। ਇਹ ਜੀਵਨ ਤੋਂ ਬਿਨਾਂ ਸਾਡਾ ਹੋਰ ਕੁਝ ਵੀ ਨਹੀਂ ਹੈ। ਜਿਸ ਦਿਨ ਇਸ ਸਰੀਰ ਵਿੱਚ, ਇਸ ਬਾਡੀ ਵਿੱਚ ਜੀਵਨ ਨਹੀਂ ਹੋਣਾ, ਨਥਿੰਗ ਵਿਲ ਰਿਮੇਨ ਵਿਦ ਅਸ, ਕੁਝ ਵੀ ਨਹੀਂ ਰਹਿਣਾ। ਕੋਈ ਕੰਪੈਨੀਅਨ ਰਹੇਗਾ ਦੱਸੋ ਹੋਰ? ਕੀ ਇਹ ਬਾਡੀ ਕੰਪੈਨੀਅਨ ਰਹਿ ਜਾਏਗੀ?
ਇਹ ਬਾਡੀ ਵੀ ਕੰਪੈਨੀਅਨ ਨਹੀਂ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਜਾਗ ਲੈ ਹੋ ਰੇ ਮਨਾ ਜਾਗ ਲੈ ਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਇਹ ਸਰੀਰ ਵੀ ਨਾਲ ਨਹੀਂ ਰਹਿਣਾ, ਇਹ ਵੀ ਇੱਥੇ ਰਹਿ ਜਾਣਾ, ਧਰਿਆ ਹੀ ਰਹਿ ਜਾਣਾ। ਇਹ ਬਾਡੀ ਉਹੀ ਰਹਿਣੀ ਆ, ਉਹੀ ਹੱਥ ਪੈਰ ਹੋਣੇ ਆ, ਸੇਮ ਪੇਅਰ ਆਫ ਆਈਜ਼, ਸੇਮ ਪੇਅਰ ਆਫ ਈਅਰਸ, ਸੇਮ ਟੰਗ, ਸੇਮ ਲੈਗ, ਸੇਮ हैंड्स। यू वोंट स्टैंड अप, तू खड़ा नहीं हो पाएगा। जीवन ही नहीं रहा अंदर। ये जीवन, ये लाइफ, दैट सोर्स ऑफ लाइफ विद इन यू, दैट्स योर रियल कंपैनियन। ਉਹਨੂੰ ਕਦੀ ਐਪਰੀਸ਼ੀਏਟ ਕਰ। ਉਹਦੇ ਜਸ ਗਾਉਣ ਦਾ ਮਤਲਬ ਕਿ ਉਹਦਾ ਧੰਨਵਾਦੀ ਹੋ, ਉਹਨੂੰ ਐਪਰੀਸ਼ੀਏਟ ਕਰ। ਆਰ ਵੀ ਐਪਰੀਸ਼ੀਏਟਿੰਗ ਲਾਈਫ ਵਿਦ ਇਨ ਅਸ? ਕਿਤੇ ਅਸੀਂ ਐਪਰੀਸ਼ੀਏਟ ਕਰ ਰਹੇ ਹਾਂ? ਅਸੀਂ ਕਰ ਹੀ ਨਹੀਂ ਪਾ ਰਹੇ। ਸਾਡਾ ਧਿਆਨ ਹੀ ਇੰਨੀਆਂ ਚੀਜ਼ਾਂ ਪਿੱਛੇ ਹੋ ਚੁੱਕਿਆ ਆ। ਮੈਂ ਇੰਨੇ ਐਫਰਟਸ ਕੀਤੇ, ਇਹ ਨਹੀਂ ਮਿਲਿਆ। ਵੀ ਆਰ ਕੰਪਲੇਨਿੰਗ, we are living, sasangat, we are living in constant complaining, desiring, crying and all those of sort of things। ਅਸੀਂ ਸਿਰਫ ਉਹਦੇ 'ਚ ਹੀ ਰਹਿ ਗਏ ਖੱਚਤ ਹੋ ਕੇ। ਸਤਿਗੁਰੂ ਗੁਰੂ ਤੇਗ ਬਹਾਦਰ ਸੇਜ਼, ਹਰ ਜਸ ਰੇ ਮਨਾ ਗਾਏ ਲੈ, ਗਾ ਲੈ। ਐਪਰੀਸ਼ੀਏਟਿਵ ਹੋ ਜਾ ਉਸ ਪਾਸੇ ਨੂੰ, ਕਰ ਉਹਨੂੰ ਐਪਰੀਸ਼ੀਏਟ, ਧੰਨਵਾਦੀ ਹੋ, ਸ਼ੁਕਰਾਨਾ ਕਰ ਉਸ ਜੀਵਨ ਰੂਪੀ ਪਰਮਾਤਮਾ ਦਾ ਜਿਹੜਾ ਤੇਰੇ ਅੰਦਰ ਹੈ। ਯੂ ਆਰ ਬਰੀਥਿੰਗ। ਇਹ ਬਾਹਰੋਂ ਜਿਹੜੇ ਸੰਗੀ ਸਾਥੀ ਨੇ, ਇਹ ਮਿਲਣੇ ਵੀ ਨੇ, ਵਿਛੜਨੇ ਵੀ ਨੇ। Many times I say this, when you lose a friend, ਭਾਵੇਂ ਉਹ ਫਿਜ਼ੀਕਲੀ ਛੱਡ ਕੇ ਉਂਝ ਚਲਾ ਗਿਆ ਆ ਜਾਂ ਕਿਸੇ ਦੀ ਡੈਥ ਹੋ ਗਈ ਹੈ, ਉਹ ਠੀਕ ਹੈ, ਇੱਕ ਮੋਮੈਂਟ ਆਫ ਪੇਨ ਹੈਗਾ ਆ, ਦੁੱਖ ਦਾ ਟਾਈਮ ਹੁੰਦਾ ਆ, ਬਟ ਉਹ ਚੀਜ਼ ਸਾਨੂੰ ਕੁਝ ਟੀਚ ਕਰਕੇ ਜਾਂਦੀ ਹੈ। ਬੀ ਐਪਰੀਸ਼ੀਏਟਿਵ ਆਫ ਦੋਜ਼ ਫਰੈਂਡਸ ਹੂ ਆਰ ਸਟਿਲ ਅਲਾਈਵ। ਅਸੀਂ ਐਪਰੀਸ਼ੀਏਟ ਕਰੀਏ, ਅਸੀਂ ਉਹਨਾਂ ਨੂੰ ਮਿਲੀਏ। ਇੱਥੇ ਟਾਈਮ ਦਾ ਪਤਾ ਲੱਗਦਾ ਆ। ਦੇਖੋ ਹਾਲਾਤ ਕੀ ਬਣੇ ਹੋਏ ਨੇ, ਇੱਕ ਮੂਮੈਂਟ ਦਾ ਪਤਾ ਨਹੀਂ ਹੈ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਨੋਬਡੀ ਨੋਜ਼ ਕਿੰਨਾ ਕੁ ਟਾਈਮ ਹੈ ਸਾਡੇ ਕੋਲ ਇੱਥੇ। ਤੇ ਅਸੀਂ ਇੰਨੇ ਝਗੜੇ, ਇੰਨੀਆਂ ਲੜਾਈਆਂ, ਇੰਨਾ ਕੁਝ ਪਾਈ ਬੈਠੇ ਆ, ਮੇਰਾ ਆ, ਇਹ ਮੇਰਾ ਨਹੀਂ ਆ, ਇਹ ਮੇਰੇ ਦੋਸਤ ਨੇ, ਮੇਰੇ ਦੁਸ਼ਮਣ ਨੇ। ਇਸੇ ਕਰਕੇ ਤੇ ਮਨ 'ਚ ਚੈਨ ਹੈ ਨਹੀਂ। ਜੇ ਅਸੀਂ ਐਪਰੀਸ਼ੀਏਟ ਕਰੀਏ ਲਾਈਫ ਨੂੰ, ਤੇ ਸਾਨੂੰ ਪਤਾ ਲੱਗੇ ਕਿ ਫਿਰ ਕੀ ਹੋਏਗਾ, ਲਾਈਫ 'ਚ ਆਉਣ ਵਾਲੀ ਹਰ ਚੀਜ਼ ਨੂੰ ਅਸੀਂ ਐਪਰੀਸ਼ੀਏਟ ਕਰ ਪਾਵਾਂਗੇ, ਹਰ ਰਿਲੇਸ਼ਨ ਨੂੰ ਅਸੀਂ ਰਿਸਪੈਕਟ ਕਰ ਪਾਵਾਂਗੇ, ਹਰ ਫਰੈਂਡ ਦੀ ਅਸੀਂ ਕਦਰ ਕਰ ਪਾਵਾਂਗੇ, ਤੇ ਦੁਸ਼ਮਣੀ ਅਸੀਂ ਛੱਡ ਦੇਵਾਂਗੇ। ਬਿਕੋਜ਼ ਅਸੀਂ ਦੇਖਾਂਗੇ ਕਿ ਨਹੀਂ, ਸਾਡੇ ਕੋਲ ਲਿਮਿਟਿਡ ਟਾਈਮ ਹੈਗਾ ਆ। ਮੈਂ ਉਸ ਚੀਜ਼ ਤੇ ਫੋਕਸ ਕਰਾਂ ਜਿਹਨੂੰ ਮੈਂ ਐਪਰੀਸ਼ੀਏਟ ਕਰ ਸਕਦਾ। ਜਿਹੜੀ ਚੀਜ਼ ਮੈਨੂੰ ਲੱਗਦਾ ਕਿ ਨਹੀਂ, ਫਿਰ ਉਹਦੇ ਨਾਲ ਹੇਟਰੇਡ, ਉਹਦੇ ਪ੍ਰਤੀ ਐਨਵੀ ਜਾਂ ਜੈਲਸੀ ਜਾਂ ਨਫ਼ਰਤ ਕਰਨ ਵਿੱਚ ਮੈਂ ਆਪਣਾ ਸਮਾਂ ਬਰਬਾਦ ਨਹੀਂ ਕਰਾਂਗਾ। ਮੈਂ ਆਪਣੇ ਟਾਈਮ ਨੂੰ, ਜੋ ਮੈਨੂੰ ਇਸ ਲਾਈਫ ਦੇ ਵਿੱਚ ਰੱਬ ਨੇ ਦਿੱਤਾ ਆ, ਜੋ ਪ੍ਰਮਾਤਮਾ ਵੱਲੋਂ ਮੈਨੂੰ ਇਹ ਸੋਹਣੀ ਲਾਈਫ ਮਿਲ ਗਈ ਹੈ, ਇਹ ਕੁਦਰਤ ਦੇ ਵਿੱਚ, ਇਸ ਨੇਚਰ ਦੇ ਵਿੱਚ, ਇਹ ਟਾਈਮ ਨੂੰ ਮੈਂ ਇੰਨਾ ਰਿਸਪੈਕਟ ਕਰਨ ਲੱਗ ਜਾਵਾਂਗਾ। ਜੇ ਮੈਂ ਐਪਰੀਸ਼ੀਏਟ ਕਰਾਂ, ਜੇ ਮੈਂ ਧੰਨਵਾਦੀ ਹੋਵਾਂ, ਗ੍ਰੇਟਫੁਲ ਹੋਵਾਂ, ਤਾਂ ਫਿਰ ਮੈਂ ਇਸ ਟਾਈਮ ਨੂੰ ਇਹਨਾਂ ਚੀਜ਼ਾਂ 'ਚ ਬਰਬਾਦ ਨਹੀਂ ਕਰਾਂਗਾ। ਲਾਲਚ ਵਿੱਚ, ਝੂਠ ਵਿੱਚ, ਨਿੰਦਿਆ ਵਿੱਚ, ਸਿਟਿੰਗ ਆਈਡਲੀ, ਟਾਕਿੰਗ ਅਬਾਊਟ ਅਦਰਸ। ਵਾਈ ਸ਼ੁਡ ਆਈ ਡੂ ਦੈਟ? ਮੈਨੂੰ ਲੋੜ ਨਹੀਂ ਹੈ। ਐਪਰੀਸ਼ੀਏਟਿਵ ਹੋਣਾ, ਧੰਨਵਾਦੀ ਹੋਣਾ ਕਿ ਮੈਨੂੰ ਜੀਵਨ ਮਿਲਿਆ, ਇਹ ਟਾਈਮ ਮਿਲਿਆ, ਇਹ ਜਿੰਨੇ ਕੁ ਸਵਾਸ, ਜਿੰਨੇ ਕੁ ਮੋਮੈਂਟਸ ਮੇਰੇ ਕੋਲ ਹੈਗੇ ਆ, ਮੈਂ ਇਹਦੇ ਨਾਲ ਕੁਝ ਭਲਾ ਕਰਾਂ, ਕੁਝ ਚੰਗਾ ਕਰਾਂ। ਜਦੋਂ ਅਸੀਂ ਇਸ ਚੀਜ਼ ਨੂੰ ਸਮਝਣ ਲੱਗ ਜਾਂਦੇ ਹਾਂ, ਗੁਰੂ ਜੀ ਸੇਜ਼, ਇਹ ਸਭ ਤੋਂ ਵੱਡਾ ਕੰਪੈਨੀਅਨ ਹੈ ਸਾਡੀ ਲਾਈਫ ਦਾ। ਇਹਦੇ ਨਾਲ ਹੀ ਇਹ ਲਾਈਫ ਜਿਹੜੀ ਹੈ ਬਿਊਟੀਫੁਲ ਤੇ ਪਰਪਸਫੁਲ ਬਣਦੀ, ਅਦਰਵਾਈਜ਼ ਨਹੀਂ ਬਣਦੀ। ਅਦਰਵਾਈਜ਼ ਅਸੀਂ ਧੱਕੇ ਖਾਂਦੇ ਰਹਿ ਜਾਂਦੇ। ਪਿੱਛੇ ਅਸੀਂ ਸਰਵਣ ਕੀਤਾ ਸੀ ਸ਼ਬਦ ਕਿ ਫਿਰ ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸਵਾਨ ਜਿਉ ਡੋਲਤ ਨਹੀਂ ਸੁਧ ਰਾਮ ਭਜਨ ਕੀ। ਜਦੋਂ ਰਾਮ ਦਾ ਧਿਆਨ ਹੀ ਨਹੀਂ ਹੈ, ਰੋਮ ਰੋਮ 'ਚ ਰਮੇ ਹੋਏ, ਉਸ ਹਰੀ ਦਾ ਜਾਸੀ ਨਹੀਂ ਗਾ ਰਹੇ, ਥੈਂਕਫੁਲੀ ਨਹੀਂ ਹੋ ਰਹੇ। ਸਤਿਗੁਰੂ ਜੀ ਸੇਜ਼, ਹਾਰ ਜਸ ਰੇ ਮਨਾ, ਮੇਰੇ ਮਨਾ ਗਾ ਲੈ, ਧੰਨਵਾਦੀ ਹੋ ਲੈ। ਐਪਰੀਸ਼ੀਏਟ ਦੈਟ ਲਾਈਫ ਵਿਦ ਇਨ ਯੂ, ਐਪਰੀਸ਼ੀਏਟ ਦੋਜ਼ ਮੋਮੈਂਟਸ ਵਿਚ ਯੂ ਹੈਵ ਬੀਨ ਬਲੈਸਡ ਵਿਦ, ਜਿਹੜੇ ਤੈਨੂੰ ਮਿਲ ਗਏ ਆ, ਲਾਈਫ ਮਿਲੀ ਹੈ। ਐਪਰੀਸ਼ੀਏਟ ਕਰ, ਦੇਖ ਆਲੇ ਦੁਆਲੇ ਕੀ ਹੋ ਰਿਹਾ ਆ, ਕਿੱਦਾਂ ਜਾ ਰਹੇ ਆ ਸਾਰੇ, ਕੁਝ ਪਤਾ ਲੱਗ ਰਿਹਾ ਆ। ਅਜੇ ਵੀ ਚੇਤੇ ਰੱਖ, ਜਿਹੜੇ ਤੇਰੇ ਕੋਲ ਫਰੈਂਡਸ, ਰਿਲੇਟਿਵਸ ਹੈਗੇ ਨੇ, ਜੋ ਕੁਝ ਮਿਲਿਆ ਆ, ਉਹਨਾਂ ਨੂੰ ਐਪਰੀਸ਼ੀਏਟ ਕਰ, ਰੈਸਪੈਕਟ ਕਰ ਉਹ ਮੋਮੈਂਟਸ ਨੂੰ, ਉਸ ਟਾਈਮ ਨੂੰ। ਡੋਂਟ ਵੇਸਟ ਇਟ ਇਨ ਕੰਪਲੇਨਿੰਗ, ਡਿਜ਼ਾਇਰਿੰਗ, ਇਹ ਨਹੀਂ ਮਿਲਿਆ, ਇੱਦਾਂ ਹੋਣਾ ਚਾਹੀਦਾ ਸੀ, ਮੈਂ ਇਹ ਐਫਰਟਸ ਕੀਤੇ ਸੀ, ਮੇਰੀ ਇਹ ਪਲੈਨਿੰਗ ਸੀ, ਮੈਂ ਇਹ ਐਕਸਪੈਕਟ ਕੀਤਾ ਸੀ। ਐਕਸਪੈਕਟੇਸ਼ਨਸ ਦੇ ਵਿੱਚ ਵੇਸਟਿੰਗ ਯੋਰ ਲਾਈਫ ਕਰ। ਸਿੰਸੀਅਰ ਐਫਰਟਸ ਕਰੀਏ, ਹਾਰਡ ਵਰਕ ਕਰੀਏ, ਨੋ ਡਾਊਟ ਅਬਾਊਟ ਇਟ, ਉਹ ਕਰਨੇ ਚਾਹੀਦੇ ਆ ਸਾਨੂੰ। ਪਰ ਐਟਲੀਸਟ ਉਹ ਕਰਨ ਤੋਂ ਬਾਅਦ ਆਪਣੇ ਸਿਰ ਤੇ ਇਹ ਗੁਮਾਨ ਤਾਂ ਨਾ ਰੱਖੀਏ ਕਿ ਹੁਣ ਜੋ ਮੈਂ ਚਾਹਿਆ ਸੀ ਉਦਾਂ ਹੀ ਹੋਵੇ। ਲਾਈਫ ਇਜ਼ ਨਾਟ ਲਾਈਕ ਦੈਟ, ਇਟ ਡਜ਼ਨਟ ਵਰਕ ਲਾਈਕ ਦੈਟ। ਮੈਨੀ ਟਾਈਮਸ ਉਹ ਜੋ ਅਸੀਂ ਐਕਸਪੈਕਟ ਕਰਦੇ ਉੱਦਾਂ ਹੁੰਦਾ ਨਹੀਂ ਹੈ। ਉਹਨਾਂ ਵੇਲਿਆਂ ਦੇ ਵਿੱਚ ਖਾਸ ਕਰ, ਇਨ ਦੋਜ਼ ਟਾਈਮਸ ਵੈਨ ਵੀ get those consequences or results which are not expected as we thought ਕਿ ਇੱਦਾਂ ਹੋਊਗਾ, ਉੱਦਾਂ ਹੋਇਆ ਨਹੀਂ। ਖਾਸ ਕਰ ਉਹਨਾਂ ਟਾਈਮਸ ਦੇ ਵਿੱਚ ਤਾਂ ਤੈਨੂੰ ਆਪਣੀ ਲਾਈਫ ਵੱਲ ਧਿਆਨ ਦੇਣਾ ਚਾਹੀਦਾ ਹੈ।
ਐਪਰੀਸ਼ੀਏਟ ਕਰਨਾ ਚਾਹੀਦਾ ਉਸ ਲਾਰਡ ਨੂੰ, ਉਸ ਵਾਹਿਗੁਰੂ ਨੂੰ, ਉਸ ਲਾਈਫ ਦੇ ਸੋਰਸ ਨੂੰ, ਉਸ ਲਾਈਫ ਨੂੰ, ਦੋਜ਼ ਮੂਮੈਂਟਸ ਵਿਚ ਤੈਨੂੰ ਰੱਬ ਨੇ ਜਿਹੜੇ ਦਿੱਤੇ ਆ, ਜਿਹੜੇ ਸਾਹ ਲੈ ਰਹੇ ਆ ਅਸੀਂ, ਕਿ ਅਸੀਂ ਇਸ ਸਾਹ ਵਾਸਤੇ ਧੰਨਵਾਦੀ ਨਹੀਂ ਹੋ ਸਕਦੇ, ਗ੍ਰੇਟਫੁਲ ਨਹੀਂ ਹੋ ਸਕਦੇ। ਸਤਿਗੁਰੂ ਜੀ ਸੇਜ਼, ਮੈਂ ਤੈਨੂੰ ਸਮਝਾ ਰਿਹਾ, ਸੁਣ ਲੈ ਮੇਰੀ ਗੱਲ ਮੇਰੇ ਮਨਾ। ਏਦਾਂ ਆਪਣੇ ਮਨ ਨੂੰ ਸਮਝਾਉਣਾ ਹੈ, ਆਪਣੇ ਮਨ ਨੂੰ ਸਮਝਾਉਣਾ। ਗੁਰੂ ਤੇਗ ਬਹਾਦਰ ਸਾਹਿਬ ਦੱਸ ਰਹੇ ਨੇ ਸਾਨੂੰ, he is teaching us the way how to tackle your mind in those times when you feel depressed, when you are feeling elated in pride, ego। ਉਹ ਦੋਨੋਂ ਟਾਈਮਸ ਦੇ ਵਿੱਚ ਇਸ ਚੀਜ਼ ਨਾਲ ਆਪਣੇ ਮਨ ਨੂੰ ਸਮਝਾ ਕਿ ਮੇਰੇ ਮਨਾ ਵੇਸਟ ਨਾ ਕਰ ਟਾਈਮ। ਜੇ ਤੈਨੂੰ ਕੁਝ ਮਿਲ ਗਿਆ ਤੇ ਐਵੇਂ ਆਕੜ ਵਿੱਚ ਫੁੱਲਿਆ ਨਾ ਫਿਰ, ਅਸਮਾਨ ਵਿੱਚ ਉੱਡਣ ਦੀ ਲੋੜ ਨਹੀਂ ਹੈ। if you have got something, don't get puffed up in pride, you are wasting your life। ਧੰਨਵਾਦੀ ਹੋ ਕਿ ਇਹ ਮਿਲ ਗਿਆ ਆ। ਇਹ ਮਿਲਿਆ ਕਿਵੇਂ? ਕਿਉਂਕਿ ਲਾਈਫ ਸੀ ਅੰਦਰ। ਐਪਰੀਸ਼ੀਏਟ ਕਰ ਜਿਹੜੇ ਆਲੇ ਦੁਆਲੇ ਉਹਨਾਂ ਸਾਰਿਆਂ ਨੂੰ ਵੀ, ਉਸ ਦੀ ਰਚਨਾ, ਉਹਦੀ ਕ੍ਰੀਏਸ਼ਨ ਨੂੰ ਐਪਰੀਸ਼ੀਏਟ ਕਰ। ਸਤਿਗੁਰੂ ਜੀ ਸੇਜ਼, ਅਵਸਰ ਬੀਤਿਓ ਜਾਤ ਹੈ, ਟਾਈਮ ਇਜ਼ ਰਨਿੰਗ ਆਊਟ, ਓਪਰਚੁਨਿਟੀ ਜਾ ਰਹੀ ਹੈ। ਇਹ ਮੌਕਾ ਮਿਲਿਆ ਸੀ ਇਹ ਲਾਈਫ ਦਾ ਤੈਨੂੰ ਸੋਹਣਾ। ਪਰਮਾਤਮਾ ਨੇ, ਗॉड हैज गिफ्टेड अस दिस ब्यूटीफुल ਲਾਈਫ, ਇੱਕ ਗਿਫਟ ਦੇ ਦਿੱਤਾ। ਰਿਟਰਨ ਗਿਫਟ ਕੀ ਦਈਏ? $100 ਦਾ ਮੱਥਾ ਟੇਕ ਦਈਏ, ਕਿਤੇ ਸੋਨਾ ਚੜਾ ਦਈਏ ਕਿਸੇ ਗੁਰਦੁਆਰੇ ਤੇ ਜਾ ਕੇ, ਰਿਟਰਨ ਗਿਫਟ ਕਿ ਰੱਬਾ ਤੂੰ ਮੈਨੂੰ ਬਹੁਤ ਵੱਡਾ ਗਿਫਟ ਦਿੱਤਾ ਆ, ਪ੍ਰੈਸ਼ੀਅਸ ਲਾਈਫ ਦੇ ਦਿੱਤੀ ਹੈ, ਵਾਟ ਸ਼ੁਡ ਆਈ ਗਿਵ ਇਨ ਰਿਟਰਨ? ਮੈਂ ਰਿਟਰਨ ਕੀ ਦੇਵਾਂ? ਸਾਡੇ ਰਿਵਾਜ ਹੈ ਨਾ। ਸੋ ਵੀ ਕੈਨ ਨਾਟ ਉਹਨੂੰ ਅਸੀਂ ਪੈਸਾ ਗਿਫਟ ਨਹੀਂ ਕਰ ਸਕਦੇ। ਵੀ ਆਰ ਲਰਨਡ ਪੀਪਲ, ਵੀ ਆਰ ਐਜੂਕੇਟਡ ਪੀਪਲ, ਆਲ ਆਫ ਅਸ ਨਾਓ। ਅੱਜ ਕੱਲ੍ਹ ਅਸੀਂ ਪੜ੍ਹਾਈਆਂ ਕਰ ਚੁੱਕੇ ਹਾਂ, ਸਮਝਦਾਰ ਆ, ਇੰਨਾ ਗੂਗਲ ਈਰਾ ਵਿੱਚ ਜੀ ਰਹੇ। ਸਾਨੂੰ ਵੀ ਪਤਾ ਹੈ ਕਿ ਜਿਹੜੇ ਪੈਸੇ ਅਸੀਂ ਉੱਥੇ ਗੋਲਕ ਵਿੱਚ ਜਾਂ ਮੰਦਰ ਗੁਰਦੁਆਰੇ ਕਿਤੇ ਵੀ ਪਾਉਂਦੇ ਹਾਂ, ਇਟਸ ਨਾਟ ਫॉर ਦ ਉਹ ਕੋਈ ਵਾਹਿਗੁਰੂ ਵਾਸਤੇ, ਕੋਈ ਰੱਬ ਵਾਸਤੇ ਨਹੀਂ ਹੈ। ਉਹ ਤੇ ਉਸ ਥਾਂ ਦੀ ਮੈਨੇਜਮੈਂਟ ਵਾਸਤੇ ਹੁੰਦਾ ਹੈ, ਉਸ ਨੂੰ ਮੈਨੇਜ ਕਰਨ ਵਾਸਤੇ, ਜਾਂ ਹੋਰ ਕਿਸੇ ਪਰਪਸ ਜਿਹੜੇ ਚੰਗੇ ਸੋਸ਼ਲ ਪਰਪਸ ਨੇ ਉਹਨਾਂ ਵਾਸਤੇ ਹੁੰਦਾ ਹੈ। ਇਟਸ ਨਾਟ ਫॉर ਦ ਲਾਰਡ। ਉਹ ਵਾਹਿਗੁਰੂ ਵਾਸਤੇ ਤੇ ਨਹੀਂ ਹੈ। ਦਸਵੰਧ ਕੱਢਦੇ ਅਸੀਂ ਕਮਿਊਨਿਟੀ ਵਾਸਤੇ ਕੱਢਦੇ ਹਾਂ, ਕਿਉਂਕਿ ਸਾਡੇ ਗੁਰੂ ਨੇ ਬਣਾਇਆ ਹੋਇਆ ਵਚਨ ਕਿ ਦਸਵੰਧ ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰਦੁਆਰੇ ਜਾ ਕੇ ਪਾਉਣਾ। ਕਿਉਂਕਿ ਗੁਰਦੁਆਰਾ ਵਾਜ਼ ਅ ਪਲੇਸ ਵੇਅਰ ਵੀ ਗੈਦਰਡ ਐਜ਼ ਅ ਕਮਿਊਨਿਟੀ। ਤੇ ਭਾਈ, ਕਿਉਂਕਿ ਤੁਹਾਨੂੰ ਇਹ ਕਿਹਾ ਹੋਇਆ ਹੈ ਕਿ ਗਰੀਬ ਕਾ ਮੂੰਹ ਗੁਰੂ ਕੀ ਗੋਲਕ ਹੈ, ਕਿ ਤੁਸੀਂ ਹੈਲਪ ਕਰਨੀ ਹੈ, ਸ਼ੇਅਰਿੰਗ ਕਰਨੀ ਹੈ। ਐਂਡ ਯੂ ਡੋਂਟ ਹੈਵ ਦੈਟ ਮਚ ਆਫ ਟਾਈਮ ਟੂ ਫਾਈਂਡ ਅ ਨੀਡੀ ਪਰਸਨ ਇਨ ਯੋਰ ਲਾਈਫ, ਬਿਕੋਜ਼ ਯੂ ਆਰ ਬਿਜ਼ੀ ਵਿਦ ਯੋਰ ਓਨ ਲਾਈਫ। ਤੁਹਾਡੇ ਕੋਲ ਟਾਈਮ ਨਹੀਂ ਹੈ ਕਿ ਕੋਈ ਜ਼ਰੂਰਤਮੰਦ ਲੱਭੀਏ, ਕੋਈ ਗਰੀਬ ਲੱਭੀਏ, ਤੁਹਾਡੇ ਕੋਲ ਤਾਂ ਵੈਸੇ ਫੁਰਸਤ ਨਹੀਂ। ਤੇ ਫਿਰ ਤੁਸੀਂ ਇੰਝ ਕਰੋ ਕਿ ਇੱਕ ਕਮਿਊਨਿਟੀ ਫੰਡ ਟਾਈਪ ਇੱਕ ਗੁਰਦੁਆਰੇ ਵਿੱਚ, ਧਰਮਸਾਲ ਦੇ ਵਿੱਚ ਇੱਕ ਫੰਡ ਇਕੱਠਾ ਕਰੋ, ਉਹਨੂੰ ਯੂਜ਼ ਕਰੋ ਫਿਰ ਸਰਬੱਤ ਦੇ ਭਲੇ ਲਈ। ਉਹਨੂੰ ਯੂਜ਼ ਕਰੋ ਆਪਣੀ ਕਮਿਊਨਿਟੀ ਵਿੱਚ ਨੀਡੀ ਪੀਪਲ ਦੇ ਵਾਸਤੇ, ਕਿ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਹੈਲਪ। ਇਸ ਕਰਕੇ ਗੋਲਕਾਂ ਲੱਗੀਆਂ ਸੀ। ਗੁਰੂ ਕੇ ਘਰ ਵਿੱਚ ਗੋਲਕ ਲੱਗੀ ਸਿਰਫ ਇਸ ਕਰਕੇ ਨਹੀਂ ਸੀ ਲੱਗੀ ਕਿ ਅਸੀਂ ਗੁਰਦੁਆਰੇ ਦੀ ਬਿਲਡਿੰਗ ਹੋਰ ਵੱਡੀ ਕਰੀ ਜਾਣੀ ਹੈ। ਇਸ ਨੂੰ ਯੂਜ਼ ਕਰਨਾ ਸੀ ਟੂ ਐਜੂਕੇਟ ਪੀਪਲ, ਇਸ ਨੂੰ ਯੂਜ਼ ਕਰਨਾ ਸੀ ਟੂ ਹੈਲਪ ਦ ਨੀਡੀ, ਇਸ ਨੂੰ ਯੂਜ਼ ਕਰਨਾ ਸੀ ਲਾਈਕ ਇਨ ਦੀਜ਼ ਕੈਲੈਮਿਟੀਜ਼ ਦ ਸਿੱਖਸ ਆਰ ਡੂਇੰਗ ਇਟ ਦ ਗ੍ਰੇਟ ਜੌਬ ਆਫ ਹੈਲਪਿੰਗ ਪੀਪਲ ਅਰਾਊਂਡ ਦ ਵਰਲਡ। ਕੋਵਿਡ ਟਾਈਮਸ ਦੇ ਵਿੱਚ ਕਰ ਰਹੇ ਨਾ ਹੈਲਪ। ਇਸ ਕਰਕੇ ਇਹ ਆ ਦਸਵੰਧ ਦਾ ਅਸਲੀ ਮਕਸਦ, ਜਿੱਥੇ ਅਸੀਂ ਹੈਲਪ ਕਰਨੀ ਸੀ ਉਹ ਕਿਸੇ ਵੀ ਚੀਜ਼ ਨਾਲ ਕਰਨੀ ਸੀ। ਸਿਰਫ ਰੋਟੀ ਦਾ ਲੰਗਰ ਨਹੀਂ ਸੀ ਲਾਉਣਾ, ਦਵਾਈਆਂ ਦਾ ਵੀ ਲਾਇਆ, ਆਕਸੀਜਨ ਦਾ ਵੀ ਲਾ ਰਹੇ ਹਾਂ, ਅਸੀਂ ਕਰ ਰਹੇ ਹਾਂ ਨਾ। ਤੋ ਇਹ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਆ। ਤੋ ਸਤਿਗੁਰੂ ਇੱਥੇ ਫਰਮਾਨ ਕਰਦੇ ਨੇ, ਅਵਸਰ ਬੀਤਿਓ ਜਾਤ ਹੈ, ਟਾਈਮ ਇਜ਼ ਪਾਸਿੰਗ ਬਾਏ। ਆ ਸਾਨੂੰ ਪ੍ਰਮਾਤਮਾ ਨੇ ਗਿਫਟ ਦੇ ਦਿੱਤਾ, ਦਿਸ ਬਿਊਟੀਫੁਲ ਲਾਈਫ। ਰਿਟਰਨ ਗਿਫਟ ਅਸੀਂ ਪੈਸਾ ਨਹੀਂ ਦੇ ਸਕਦੇ ਉਹਨੂੰ, ਅਸੀਂ ਉਹਨੂੰ ਕੋਈ ਸੋਨਾ ਨਹੀਂ ਦੇ ਸਕਦੇ। ਵੀ ਕੈਨ ਨਾਟ ਆਫਰ ਗੋਲਡ ਐਜ਼ ਅ ਰਿਟਰਨ ਗਿਫਟ, ਬਿਕੋਜ਼ ਇਹ ਸਾਰਾ ਕੁਝ ਤਾਂ ਉਹਦਾ ਹੀ ਆ। ਅਸੀਂ ਉਹਨੂੰ ਦਈਏ ਕੀ? ਸਭ ਕੁਝ ਤਾਂ ਉਹਦਾ ਦਿੱਤਾ ਹੋਇਆ ਆ। ਫਿਰ ਕਿ ਅੱਗੇ ਰੱਖੀਏ, ਕੀ ਰੱਖੀਏ ਉਹਦੇ ਅੱਗੇ? ਤੇ ਸਤਿਗੁਰੂ ਜੀ ਸਾਨੂੰ ਬਾਣੀ 'ਚ ਸਿਖਾਉਂਦੇ ਨੇ ਕਿ ਜੇ ਉਸਨੇ ਸਾਨੂੰ ਇੰਨਾ ਪ੍ਰੈਸ਼ੀਅਸ ਗਿਫਟ ਲਾਈਫ ਦਾ ਦਿੱਤਾ ਹੈ, all we can give back as a return gift is to live this life beautifully, to live this life purposefully। ਜੇ ਅਸੀਂ ਇੱਕ ਸੋਹਣੀ ਜ਼ਿੰਦਗੀ ਜੀ ਜਾਂਦੇ ਆ, ਇੱਕ ਸੋਹਣਾ ਲਾਈਫ ਇੱਥੇ ਕੱਢ ਜਾਂਦੇ ਆ, ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਾਹ ਬੈਸਣ ਪਾਈਏ, ਤਾਂ ਫਿਰ ਅਸੀਂ ਰਿਟਰਨ ਗਿਫਟ ਦਿੱਤਾ। ਫਿਰ ਅਸੀਂ ਦਰਗਾਹ ਵਿੱਚ ਬੈਠੇ ਹੋਏ ਆ, ਜਿਉਂਦਿਆਂ ਜੀ ਉਸ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਚੁੱਕੇ ਆ। ਫਿਰ ਮਰੇ ਤੋਂ ਬਾਅਦ ਤੱਕ ਕੀ ਹੋਣਾ ਉਸ ਕਿਸੇ ਨੂੰ ਨਹੀਂ ਪਤਾ, ਪਰ ਜਿਉਂਦਿਆਂ ਜੀ ਵਾਈਲ ਲਿਵਿੰਗ ਐਵਰੀ ਮੂਮੈਂਟ ਤੁਸੀਂ ਉਸ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਣਾ ਹੈ। ਉਸ ਪ੍ਰਵਾਨਗੀ ਵਾਸਤੇ, ਉਸ ਆਨਰ ਵਾਸਤੇ ਯੂ ਹੈਵ ਟੂ ਲਿਵ ਦਿਸ ਲਾਈਫ ਬਿਊਟੀਫੁਲੀ ਐਂਡ ਪਰਪਸਫੁਲੀ। ਕੀ ਕਰ ਰਹੇ ਹਾਂ ਅਸੀਂ ਵਿਦ ਐਵਰੀ ਮੂਮੈਂਟ ਕਿ ਸਾਨੂੰ ਆਨਰ ਮਿਲੇ। ਇਹ ਡੇਲੀ ਦੀ ਕੰਪਲੇਨਿੰਗ, ਰੱਬਾ ਇੰਜ ਹੋਣਾ ਚਾਹੀਦਾ ਸੀ, ਆਹ ਨਹੀਂ ਹੋਇਆ। ਇਹ ਡੇਲੀ ਦੀ ਡਿਜ਼ਾਇਰਿੰਗ, ਇਹ ਮਿਲ ਜੇ, ਇਹ ਮਿਲ ਜੇ, ਇੱਦਾਂ ਹੋ ਜੇ, ਇਹਦੇ ਨਾਲ ਤੇ ਆਨਰ ਨਹੀਂ ਹੁੰਦਾ। ਆਨਰ ਕਿੱਥੇ ਹੁੰਦਾ? ਜਦੋਂ ਐਪਰੀਸ਼ੀਏਟ ਕਰਦੇ ਹਾਂ ਲਾਈਫ ਨੂੰ, ਜਦੋਂ ਅਸੀਂ ਇਸ ਸੋਹਣੇ ਸਰੀਰ ਨੂੰ ਐਪਰੀਸ਼ੀਏਟ ਕਰਕੇ, ਥੈਂਕਫੁਲ ਹੋ ਕੇ ਅਸੀਂ ਕਹਿੰਦੇ ਹਾਂ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ।
ਜਦੋਂ ਇਹ ਐਪਰੀਸੀਏਸ਼ਨ ਸਾਡੀ ਲਾਈਫ 'ਚ ਆਉਂਦੀ, ਐਸੀ ਥੈਂਕਫੁਲਨੈਸ, ਐਸਾ ਗ੍ਰੈਟੀਟਿਊਡ ਸਾਨੂੰ ਆ ਜਾਂਦਾ ਹੈ, ਫਿਰ ਅਸੀਂ ਕੀ ਕਰਦੇ, ਨਹੀਂ ਪ੍ਰਮਾਤਮਾ ਸਭ ਕੁਝ ਤਾਂ ਤੇਰਾ ਦਿੱਤਾ, ਫਿਰ ਈਗੋ ਨਹੀਂ ਹੈ, ਫਿਰ ਪ੍ਰਾਈਡ ਨਹੀਂ ਹੈ, ਫਿਰ ਉਹ ਕੰਪਲੇਨਿੰਗ ਨਹੀਂ ਹੈ, ਫਿਰ ਡਿਜ਼ਾਇਰਿੰਗ ਨਹੀਂ ਹੈ, ਤੂੰ ਦੇ ਹੀ ਦੇਣਾ ਸਭ ਕੁਝ ਤਾਂ ਤੂੰ ਦੇਣਾ ਹੈ। ਫਿਰ ਕੀ ਹੈ, ਫਿਰ ਵੰਡਣਾ ਆਉਂਦਾ, ਫਿਰ ਸ਼ੇਅਰਿੰਗ ਆਉਂਦੀ ਹੈ, ਫਿਰ ਲਾਈਫ ਪਰਪਸਫੁਲ ਬਣਦੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ, ਫਿਰ ਸੇਵਾ ਹੁੰਦੀ ਹੈ, ਉਹ 'ਚ ਸੇਵਾ ਨਹੀਂ ਹੁੰਦੀ। ਜੇ ਸੇਵਾ ਇਹ ਸੋਚ ਕੇ ਹੋ ਰਹੀ ਹੈ ਕਿ ਰੱਬ ਖੁਸ਼ ਹੋ ਜਾਏਗਾ ਤੇ ਮੈਨੂੰ ਕੁਝ ਦੇ ਦੇਗਾ, ਤਾਂ ਫਿਰ ਉਹ ਸੇਵਾ ਦਾ ਜਿਹੜਾ ਮੰਤਵ ਹੈ, ਜਿਹੜਾ ਪਰਪਸ ਹੈ, ਉਹ ਗਲਤ ਹੈ। ਸੇਵਾ ਹੈਗੀ ਸੀ ਕਿ ਮੈਂ ਇਹ ਚੀਜ਼, ਇਹ ਫੀਲਿੰਗ, ਇਹ ਇੰਟਰਨਲਾਈਜ਼ ਕਰ ਲਈ ਹੈ ਗੁਰੂ ਦੇ ਗਿਆਨ ਦੇ ਵਿੱਚੋਂ ਕਿ ਇਹ ਸਰੀਰ, ਇਹ ਸਭ ਕੁਝ ਇਹਦੇ ਨਾਲ ਜੁੜਿਆ ਹੋਇਆ, ਇਹ ਮੈਨੂੰ ਵਾਹਿਗੁਰੂ ਦਾ ਬਖਸ਼ਿਆ ਹੋਇਆ ਇਹ ਪ੍ਰੈਸ਼ੀਅਸ ਲਾਈਫ ਹੈਗੀ ਆ। ਆਈ ਸ਼ੁੱਡ ਬੀ ਥੈਂਕਫੁਲ ਟੂ ਦੈਟ ਲਾਰਡ ਐਂਡ ਦੈਨ ਯੂਜ਼ ਥੀਸ ਰਿਸੋਰਸਿਸ ਟੂ ਮੇਕ ਇਟ ਮੋਰ ਬਿਊਟੀਫੁਲ। ਮੈਂ ਇਸ ਦੁਨੀਆ ਵਿੱਚ ਆਇਆ ਆ ਤੇ ਜਦੋਂ ਇੱਥੋਂ ਜਾਣਾ ਤੇ ਹੈ ਹੀ ਹੈ, ਠੀਕ ਹੈ। ਜਿੱਦਾਂ ਅਸੀਂ ਕਿਸੇ ਦੇ ਘਰ ਗੈਸਟ ਚਲੇ ਗਏ, ਅਸੀਂ 4 ਦਿਨ ਉੱਥੇ ਰਹਿ ਗਏ, ਅਸੀਂ ਕੀ ਕਰਦੇ ਆ, ਵੀ ਟਰਾਈ ਟੂ ਬਿਹੇਵ ਔਨ ਦਾ ਟੌਪ ਮੋਸਟ ਆਫ ਆਵਰ ਜਿਹੜਾ ਹੈਗਾ ਸਾਡਾ ਬਿਹੇਵੀਅਰ ਪੈਟਰਨ, ਜਿਹੜਾ ਸਭ ਤੋਂ ਅੱਛਾ ਹੋਏਗਾ, ਅਸੀਂ ਉਹ ਕਰਦੇ ਹਾਂ ਕਿ 4 ਦਿਨ ਬਾਅਦ ਇੱਥੋਂ ਜਾਣਾ ਆ, ਇਹ ਕਮਰਾ ਵੀ ਸਾਫ਼ ਹੋਵੇ ਜਿੱਥੇ ਮੈਂ ਰਹਿ ਰਿਹਾ ਆ, ਮੈਂ ਕੁਝ ਐਸੀ ਹਰਕਤ ਨਾ ਕਰਕੇ ਜਾਵਾਂ ਕਿ ਬਾਅਦ 'ਚ ਗੱਲਾਂ ਕਰਨ ਕਿ ਆਇਆ ਸੀ, ਇੱਦਾਂ ਕਰ ਗਿਆ, ਅਸੀਂ ਕਰਦੇ ਆ ਨਾ। ਸੋ ਵੀ ਆਲ ਆਰ ਵਿਜ਼ਿਟਰਸ ਹੇਅਰ, ਵੀ ਆਲ ਆਰ ਗੈਸਟਸ ਔਨ ਦਿਸ ਪਲੈਨਟ। ਅਸੀਂ ਕੀ ਕਰਕੇ ਜਾ ਰਹੇ ਹਾਂ, ਅਸੀਂ ਕਦੀ ਸੋਚੀਏ ਇਸ ਚੀਜ਼ ਨੂੰ। ਉਹੀ ਚੀਜ਼ ਸਤਿਗੁਰੂ ਕਹਿ ਰਿਹਾ, ਅਵਸਰ ਬੀਤਿਓ ਜਾ ਰਿਹਾ, ਟਾਈਮ ਇਜ਼ ਰਨਿੰਗ ਬਾਏ, ਉਹ ਤਾਂ ਭੱਜ ਰਿਹਾ ਸਮਾਂ, ਇਹ ਮੌਕਾ ਨਿਕਲ ਜਾਣਾ, ਤੈਨੂੰ ਮੌਕਾ ਮਿਲਿਆ ਆ, ਇਹ ਬਿਊਟੀਫੁਲ ਲਾਈਫ ਮਿਲੀ ਆ, ਮੇਕ ਇਟ ਪਰਪਸਫੁਲ। ਇੱਕ ਇਹੋ ਜਿਹਾ ਮਾਰਕ ਬਣਾ ਕੇ ਜਾ, ਇੱਕ ਇਹੋ ਜਿਹੀ ਜ਼ਿੰਦਗੀ ਜੀ ਕੇ ਜਾਈਏ, ਚਲੇ ਤੇ ਜਾਣਾ ਹੀ ਹੈ। ਇਹ ਕਮਰਾ, ਇਹ ਘਰ, ਇਹ ਸੰਸਾਰ ਜੋ ਘਰ ਹੈਗਾ ਆ, ਇਹਨੂੰ ਸੋਹਣਾ ਬਣਾ ਕੇ ਜਾਈਏ, ਕੁਝ ਅੱਛਾ ਕਰਕੇ ਜਾਈਏ। ਬੁਰਾ ਕਰਕੇ ਤੇ ਫਿਰ ਉਹੀ ਗੱਲ ਹੈ, ਫਿਰ ਮੂੰਹ ਕਾਲੇ ਹੋ ਗਏ, ਫਿਰ ਜਿਹੜੇ ਐਸਾ ਕਰਕੇ ਗਏ। ਸਤਿਗੁਰੂ ਜੀ ਸੇਜ਼ ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੇ ਮਨਾ, ਮੇਰਾ ਕਹਿਣਾ ਮੰਨ ਲੈ। ਗੁਰੂ ਜੀ ਸਾਨੂੰ ਦੱਸ ਰਹੇ ਨੇ ਕਿ ਰੋਜ਼ ਆਪਣੇ ਮਨ ਨੂੰ ਇਹ ਸਮਝਾਓ, ਹਰ ਜਸ ਰੇ ਮਨਾ ਗਾਏ ਲੈ, ਐਪਰੀਸ਼ੀਏਟ ਕਰ, ਧੰਨਵਾਦੀ ਹੋ, ਥੈਂਕਫੁਲ ਹੋ ਟੂਵਰਡਸ ਲਾਈਫ, ਬਿਕੋਜ਼ ਉਹੀ ਤੇਰਾ ਅਸਲੀ ਸੰਗੀ ਹੈ। ਜੇ ਉਹ ਨਹੀਂ ਹੈ ਤੇ ਫਿਰ ਹੋਰ ਕੁਝ ਵੀ ਨਹੀਂ ਹੈ, ਉਸ ਤੋਂ ਬਿਨਾਂ ਫਿਰ ਕੁਝ ਵੀ ਨਹੀਂ ਹੈ। ਸਤਿਗੁਰੂ ਅੱਗੇ ਇਸੇ ਚੀਜ਼ ਨੂੰ ਐਕਸਪਲੇਨ ਕਰਦੇ ਨੇ। ਪਹਿਲੇ ਪਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਹੀ ਸੇਜ਼ ਸੰਪਤ ਮੀਨਸ ਪ੍ਰੋਪਰਟੀ, ਰਥ ਮੀਨਸ ਵਹੀਕਲਸ, ਧਨ ਮੀਨਸ ਵੈਲਥ, ਰਾਜ ਮੀਨਸ ਪਾਵਰ, ਰਾਇਲਟੀ, ਰਾਜ ਮਿਲ ਗਿਆ, ਤਾਕਤ ਮਿਲ ਗਈ। ਸੰਪਤ ਰਥ ਧਨ ਰਾਜ ਸਿਉ ਅਤ ਨੇਹੋ ਲਗਾਇਓ। ਜਿਹੜਾ ਬਾਹਰ ਸੀ ਪ੍ਰੋਪਰਟੀ, ਬੀ ਇਟ ਵਹੀਕਲਸ, ਆਲ ਦੋਜ਼ ਕੰਫਰਟਸ, ਬਾਹਰੋਂ ਜਿਹੜਾ ਵੈਲਥ ਨਾਲ, ਮਨੀ ਨਾਲ ਆ ਰਿਹਾ, ਆਉਣਾ ਵੀ ਚਾਹੀਦਾ ਸੀ। ਮਨੀ ਕੈਨ ਉਹ ਤੁਹਾਨੂੰ ਕੰਫਰਟਸ ਦੇ ਸਕਦੀ ਹੈ, ਬਾਹਰੋਂ ਫਿਜ਼ੀਕਲ ਚੀਜ਼ਾਂ ਜਿਹੜੀਆਂ ਆਬਜੈਕਟਸ ਨੇ ਉਹ ਤੁਹਾਨੂੰ ਕੰਫਰਟ ਦੇ ਸਕਦੀਆਂ, ਤੇ ਹੋਣਾ ਵੀ ਚਾਹੀਦਾ ਕੰਫਰਟੇਬਲ, ਕਿਉਂ ਨਹੀਂ ਹੋਵੇ। ਪਰ ਹੋ ਇਹ ਰਿਹਾ ਹੈ, ਗੁਰੂ ਜੀ ਸੇਜ਼ ਕਿ ਉਹ ਸੰਪਤ, ਰਥ, ਧਨ, ਉਹ ਪਾਵਰ, ਉਹ ਵਹੀਕਲਸ, ਦੈਟ ਵੈਲਥ ਐਂਡ ਦੈਟ ਪ੍ਰੋਪਰਟੀ, ਉਹਦੇ ਨਾਲ ਨੇਹੋ ਪੈ ਗਿਆ, ਅੱਤ ਨੇਹੋ ਲਗਾਇਓ। ਇੰਨੇ ਕੁ ਜ਼ਿਆਦਾ ਅਟੈਚ ਹੋ ਗਏ ਅਸੀਂ, ਉਹ ਸਾਡੇ ਵਾਸਤੇ ਸੀ, ਪਰ ਅਸੀਂ ਕੀ ਕੀਤਾ, ਅਸੀਂ ਆਪ ਉਹਦੇ ਨਾਲ ਐਸਾ ਜੁੜੇ ਕਿ ਸਾਡਾ ਸਾਰਾ ਜਿਹੜਾ ਸੈਂਟਰ ਆਫ ਥਾਟ ਹੈ ਨਾ, ਉਹ ਉਹਦੇ ਤੇ ਹੀ ਆ ਗਿਆ ਕਿ ਆਲ ਆਈ ਨੀਡ ਟੂ ਡੂ ਇਜ਼ ਗਰੋ ਮੋਰ ਐਂਡ ਮੋਰ ਪ੍ਰੋਪਰਟੀ, ਗਰੋ ਮੋਰ ਐਂਡ ਮੋਰ ਇਨ ਪਾਵਰ, ਆਈ ਹੈਵ ਟੂ ਮੈਂ ਕੁਛ ਨਾ ਕੁਛ ਹੋਰ ਵੱਡਾ ਲੈ ਲੈਣਾ। ਅਸਲੀ ਮਕਸਦ ਸਮਝ ਹੀ ਨਹੀਂ ਆਇਆ, ਪਤਾ ਹੀ ਨਹੀਂ ਲੱਗਾ ਕਿ ਇਹ ਜਿਹੜੇ ਚੀਜ਼ਾਂ ਨੇ ਬਾਹਰ ਵਾਲੀਆਂ, ਜਿਨ੍ਹਾਂ ਨੂੰ ਮੈਂ ਆਪਣਾ ਕੰਪੈਨੀਅਨ ਬਣਾ ਰਿਹਾ, ਆਪਣਾ ਮਿੱਤਰ ਬਣਾ ਰਿਹਾ, ਮੇਰਾ ਹੈ, ਇਹ ਪ੍ਰੋਪਰਟੀ ਮੇਰੀ ਹੈ, ਪੈਸਾ, ਇਹ ਧਨ ਮੇਰਾ ਆ, ਇਹ ਰਥ, ਇਹ ਵਹੀਕਲਸ, ਦਿਸ ਟੌਪ ਐਂਡ ਲਗਜ਼ਰੀ ਕਾਰ, ਇਹ ਮੇਰੀ ਹੈ, ਇਹ ਮੈਂ ਲੈਣੀ ਹੈ। ਜ਼ਰੂਰ ਲਵੋ, ਪਰ ਉਹਦੇ ਨਾਲ ਓਵਰ ਅਟੈਚ ਨਾ ਹੋਵੋ। ਸਤਿਗੁਰੂ ਜੀ ਸੇਜ਼ ਇਹ ਸਾਰੀਆਂ ਚੀਜ਼ਾਂ ਨਾਲ ਅਸੀਂ ਓਵਰਲੀ ਅਟੈਚ ਹੁੰਨੇ ਆ, ਫਿਰ ਕਾਲ ਫਾਸ ਜਬ ਗੱਲ ਭਰੀ, ਸਭ ਭਇਓ ਪਰਾਇਓ। ਜਿੱਦਾਂ ਹੀ ਉਹ ਟਾਈਮ ਆਉਂਦਾ ਆ, ਆਉਣਾ ਆ ਜਾਣਾ ਸਾਰਿਆਂ ਨੇ, ਉਹ ਕਾਲ, ਉਹ ਸਮਾਂ ਜਿੱਦਾਂ ਹੀ ਗਲ 'ਚ ਪੈਂਦਾ ਆ, ਜਾਣਾ ਤੇ ਹੈ ਹੀ ਆ, ਇਹ ਸਭ ਕੁਝ ਪਰਾਇਆ ਹੋ ਜਾਂਦਾ। ਜਾਂ ਉਂਝ ਵੀ ਲਾਈਫ ਦੇ ਵਿੱਚ ਟਾਈਮਸ ਜਿਹੜੇ ਨੇ ਅਪ ਐਂਡ ਡਾਊਨ ਚੱਲਦੇ ਨੇ, ਬੜੀ ਵਾਰੀ ਪ੍ਰਾਪਰਟੀ ਚਲੀ ਜਾਂਦੀ ਹੈ, ਬੜੀ ਵਾਰੀ ਬੈਂਕਰਪਟ ਹੋ ਜਾਂਦੇ ਆ, ਵੱਡੇ ਲੋਕ ਹੋ ਜਾਂਦੇ ਆ, ਬਹੁਤ ਵਾਰੀ ਸਾਨੂੰ ਲਾਸ ਹੋ ਜਾਂਦੇ ਆ ਲਾਈਫ ਦੇ ਵਿੱਚ। ਇਹ ਅਪ ਐਂਡ ਡਾਊਨ ਆਉਂਦੇ ਆ ਦੋ ਤਰੀਕੇ ਨਾਲ। ਇੱਕ ਬਾਹਰਲੇ ਕੰਪੈਨੀਅਨਸ, ਇਹ ਬਾਹਰਲਾ ਜੋ ਪ੍ਰਾਪਰਟੀ, ਪਾਵਰ, ਵੈਲਥ ਐਂਡ ਐਵਰੀਥਿੰਗ, ਜਿਹਨੂੰ ਆਪਣਾ ਕੰਪੈਨੀਅਨ ਬਣਾ ਕੇ ਓਵਰਲੀ ਅਟੈਚ ਹੋ ਰਹੇ ਸੀ, ਉਹ ਮੋਮੈਂਟ ਨਹੀਂ ਲੱਗਦਾ, ਸਭ ਕੁਝ ਚਲਾ ਜਾਂਦਾ ਹੈ ਕਿ ਨਹੀਂ। ਭਾਵੇਂ ਉਹ ਲਾਸਟ ਮੋਮੈਂਟ ਆ ਗਿਆ, ਡੈਥ ਜਿਹਨੂੰ ਅਸੀਂ ਕਹਿੰਦੇ ਹਾਂ, ਜਦੋਂ ਅਸੀਂ ਸਰੀਰ ਛੱਡਣਾ ਹੈ, ਤਾਂ ਵੀ ਇਹ ਸਾਰਾ ਪਿੱਛੇ ਰਹਿ ਜਾਣਾ, ਸਾਡੇ ਨਾਲ ਕੁਝ ਨਹੀਂ ਜਾਣਾ। ਤੇ ਭਾਵੇਂ ਉਂਝ ਵੀ ਲਾਈਫ ਦੇ ਵਿੱਚ ਐਸਾ ਕੋਈ ਵੀ ਮੂਮੈਂਟ ਆ ਸਕਦਾ, ਕਿਸੇ ਨਾਲ ਵੀ ਆ ਸਕਦਾ, ਵੱਡੇ ਧਨਾੜ, ਵੱਡੇ ਵੈਲਦੀ ਪੀਪਲ ਜਿਹੜੇ, ਉਹਨਾਂ ਨਾਲ, ਪਾਵਰਫੁਲ ਪੀਪਲ ਨਾਲ ਵੀ ਆਉਂਦਾ। ਉਹ ਬੜੇ ਸਾਲਾਂ ਤੋਂ ਪਾਵਰ 'ਚ ਬੈਠੇ ਸੀ, ਫਿਰ ਅਗੇਨ ਸੜਕ ਤੇ ਆ ਗਏ,
ਅਸੀਂ ਬੜਿਆਂ ਦੇ ਐਗਜ਼ਾਮਪਲਸ ਦੇਖ ਰਹੇ, ਬਹੁਤ ਜ਼ਿਆਦਾ ਡੀਪ ਹਿਸਟਰੀ ਜਾਣ ਦੀ ਵੀ ਲੋੜ ਨਹੀਂ ਹੈ। ਆਪਣੇ ਆਲੇ ਦੁਆਲੇ ਦੇਖੋ, ਹੋ ਰਿਹਾ ਲਗਾਤਾਰ ਐਸਾ ਹੋ ਰਿਹਾ। ਵਨ ਹੂ ਥਿੰਕਸ ਦੈਟ ਆਈ ਐਮ ਦ ਪ੍ਰੈਜ਼ੀਡੈਂਟ, ਕਿ ਮੈਂ ਤਾਂ ਬਈ ਸਭ ਕੁਝ ਮੇਰਾ ਹੀ ਚੱਲਣਾ ਹੈ, ਤਾਂ ਕੋਈ ਦਿਨ ਨਹੀਂ ਲੱਗਦੇ ਹੁੰਦੇ, ਕਿਹੜੇ ਵੇਲੇ ਕਿੱਥੇ ਜਾ ਕੇ ਸਭ ਕੁਝ ਹੀ ਗਵਾ ਲੈਂਦਾ ਹੈ ਬੰਦਾ। ਕਾਲ ਫਾਸ ਜਬ ਗੱਲ ਪਰੀ ਸਭ ਭਇਓ ਪਰਾਇਓ, ਇਹ ਸਭ ਕੁਝ ਹੀ ਪਰਾਇਆ ਹੋ ਜਾਂਦਾ। ਉਹ ਸਾਰੇ ਫਰੈਂਡਸ ਰਿਲੇਟਿਵਸ ਜਿਹੜੇ ਬੜੇ ਆ ਕੇ ਜੁੜ ਰਹੇ ਸੀ ਉਸ ਵੇਲੇ, ਬੜੀ ਜੈ ਜੈਕਾਰ ਕਰ ਰਹੇ ਸੀ, ਨਹੀਂ ਤੂੰ ਹੀ ਹੈ ਬਸ, ਯੂ ਆਰ ਦਾ ਓਨਲੀ ਵਨ, ਕਿ ਤੂੰ ਹੀ ਹੈ, ਤੇਰੇ ਬਿਨਾ ਹੈ ਹੀ ਕੁਝ ਨਹੀਂ, ਉਹ ਵੀ ਸਭ ਨਿਕਲ ਜਾਣਗੇ। ਟਾਈਮ ਹੈ, ਟਾਈਮ ਚੇਂਜਸ ਐਵਰੀਥਿੰਗ। ਟਾਈਮ ਇੱਕ ਤਾਂ ਲਾਈਫ ਵਿੱਚ ਵੀ ਚੇਂਜ ਹੋਏਗਾ ਤੇ ਸਭ ਕੁਝ ਪਰਾਇਆ ਹੋ ਜਾਏਗਾ, ਆਪਣਾ ਨਹੀਂ ਰਹੇਗਾ। ਜਿਹਨੂੰ ਅਸੀਂ ਘੁੱਟ ਕੇ ਜੱਫੀਆਂ ਪਾ ਰਹੇ ਕਿ ਮੇਰਾ ਆ, ਓਵਰਲੀ ਅਟੈਚ ਹੋ ਰਹੇ ਆ ਜਿਹਦੇ ਨਾਲ। ਤੇ ਉਂਝ ਵੀ ਜੇ ਇੰਜ ਵੀ ਨਾ ਹੋਇਆ, ਜੇ ਕਿਤੇ ਮੰਨ ਲਿਆ ਕਿ ਹਾਂ ਸਾਹ ਚੱਲਦਿਆਂ ਤੱਕ ਰਿਹਾ, ਤੇ ਜਿੱਦਣ ਸਾਹ ਬੰਦ ਹੋਣੇ ਤੇ ਫਿਰ ਵੀ ਨਹੀਂ ਰਹਿਣਾ। ਤੇ ਅਸਲੀ ਕੰਪੈਨੀਅਨ ਕੌਣ ਹੋਇਆ? ਉਹ ਲਾਈਫ, ਜਿਹੜੀ ਅਪਸ ਐਂਡ ਡਾਊਨਸ ਦੇ ਵੇਲੇ ਵੀ ਉਹ ਸਾਹ ਚੱਲ ਰਹੇ ਸੀ, ਐਂਡ ਤੱਕ ਉਹੀ ਸਾਡਾ ਕੰਪੈਨੀਅਨ ਹੈ। ਸਤਿਗੁਰੂ ਜੀ ਸੇਜ਼, ਹਰ ਜਸ ਰੇ ਮਨਾ ਗਾਏ ਲੈ, ਐਪਰੀਸ਼ੀਏਟ ਕਰ ਉਸ ਲਾਈਫ ਨੂੰ, ਸੋਰਸ ਆਫ ਲਾਈਫ ਨੂੰ ਜਿਹੜਾ ਤੇਰੇ ਅੰਦਰ ਹੈ, ਜਿਹਦੇ ਕਰਕੇ ਸੰਪਤੀ, ਇਹ ਪ੍ਰਾਪਰਟੀ, ਇਹ ਵੈਲਥ, ਇਹ ਪੀਪਲ ਅਰਾਊਂਡ ਯੂ, ਇਹ ਤੇਰੇ ਨਾਲ ਜੁੜ ਰਹੇ ਨੇ। ਜੇ ਤੂੰ ਉਹਨਾਂ ਪ੍ਰਤੀ, ਜੇ ਤੂੰ ਉਸ ਲਾਈਫ ਦੇ ਪ੍ਰਤੀ, ਉਸ ਜੀਵਨ ਦੇ ਪ੍ਰਤੀ ਧੰਨਵਾਦੀ ਹੋ ਜਾਏਗਾ, ਸਮਝਣ ਲੱਗ ਜਾਏਗਾ, ਉਹਦਾ ਜਸ ਗਾਉਣ ਲੱਗ ਜਾਏਗਾ ਵਾਹਿਗੁਰੂ ਦਾ, ਫਿਰ ਤੈਨੂੰ ਪਤਾ ਲੱਗ ਜਾਏਗਾ ਕਿ ਇਹ ਸਮਾਂ ਬਾਹਰਲਾ ਆਉਂਦਾ ਜਾਂਦਾ ਰਹਿਣਾ ਆ। ਇਹ ਟਾਈਮ ਦੇ ਨਾਲੇ ਚੀਜ਼ਾਂ ਮਿਲਣਗੀਆਂ ਵੀ ਜਾਣਗੀਆਂ, ਕੰਪੈਨੀਅਨਸ ਬਣਨਗੇ ਵੀ, ਸਾਥੀ ਬਣਨਗੇ ਵੀ, ਛੁੱਟਣਗੇ ਵੀ। ਪੈਸਾ ਮਿਲੇਗਾ ਵੀ ਤੇ ਚਲਾ ਵੀ ਜਾਏਗਾ। ਉਂਝ ਨਹੀਂ ਗਿਆ ਤੇ ਇੱਕ ਦਿਨ ਮੈਂ ਹੀ ਚਲੇ ਜਾਣਾ, ਕੁਛ ਨਾ ਕੁਛ ਤੇ ਹੋ ਹੀ ਜਾਣਾ, ਜਾਂ ਇਹ ਰਹਿ ਜਾਊਗਾ ਜਾਂ ਮੈਂ ਰਹਿ ਜਾਵਾਂਗਾ। ਸਤਿਗੁਰੂ ਜੀ ਸੇਜ਼ ਅਸਲੀ ਕੰਪੈਨੀਅਨ ਵਾਲਾ, ਜੇ ਆਪਣੀ ਲਾਈਫ ਨੂੰ ਸੋਹਣਾ ਬਣਾਉਣਾ, ਇਫ ਯੂ ਵਾਂਟ ਟੂ ਲਿਵ ਅ ਬਿਊਟੀਫੁਲ ਲਾਈਫ, ਇਫ ਯੂ ਵਾਂਟ ਟੂ ਲਿਵ ਅ ਪੀਸਫੁਲ ਲਾਈਫ, ਤਾਂ ਕੰਪੈਨੀਅਨ ਬਣਾ ਇਸ ਫੀਲਿੰਗ ਆਫ ਗ੍ਰੈਟੀਟਿਊਡ ਨੂੰ, ਕਿ ਮੇਰੇ ਕੋਲ ਜੀਵਨ ਦਿੱਤਾ ਸਭ ਤੋਂ ਪ੍ਰੈਸ਼ੀਅਸ ਚੀਜ਼ ਹੈਗੀ ਹੈ। ਜੇ ਲਾਈਫ ਵਿੱਚ ਕੁਝ ਆਉਂਦਾ ਆ ਤਾਂ ਵੀ ਮੈਂ ਵਾਹਿਗੁਰੂ ਦਾ ਧੰਨਵਾਦ ਕਰਾਂ, ਜੇ ਕੁਝ ਚਲਾ ਵੀ ਜਾਂਦਾ ਹੈ ਤਾਂ ਵੀ ਮੈਂ ਵਾਹਿਗੁਰੂ ਦਾ ਧੰਨਵਾਦ ਕਰਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਕਿ ਜੋ ਤੈਨੂੰ ਪਾਉਂਦਾ ਹੈ, ਇਹਨੂੰ ਕਿਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਲਾਈਫ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਦਲਦੀਆਂ ਰਹਿਣੀਆਂ। ਸਾਡਾ ਅਸਲੀ ਕੰਪੈਨੀਅਨ ਹੈ ਆਪਣੇ ਅੰਦਰ ਉਸ ਪ੍ਰਮਾਤਮਾ ਦੇ ਪ੍ਰਤੀ ਧੰਨਵਾਦੀ, ਸ਼ੁਕਰਾਨਾ ਹੋਣਾ, ਰਜ਼ਾ ਵਿੱਚ ਰਾਜ਼ੀ ਰਹਿਣਾ, ਜਿਹਨੂੰ ਕਿਹਾ ਸੀ ਹੁਕਮ ਰਜ਼ਾਈ ਕਹਿਤਾ ਜਿਸ ਨੂੰ। ਸਾਰੀ ਬਾਣੀ ਉਸੇ ਇੱਕ ਤੁਕ ਦੀ ਐਕਸਪਲੇਨੇਸ਼ਨ ਨੂੰ ਅਸੀਂ ਜੇ ਮੰਨ ਲਈਏ ਤੇ ਇਸ ਵਿੱਚ ਕੋਈ ਗਲਤ ਨਹੀਂ ਹੋਏਗਾ। ਹੁਕਮ ਰਜ਼ਾਈ ਚੱਲਣਾ, ਜੇ ਅਸੀਂ ਇਸ ਚੀਜ਼ ਨੂੰ ਮੰਨ ਲਵਾਂਗੇ, ਜੇ ਹਰੀ ਨੂੰ ਐਪਰੀਸ਼ੀਏਟ ਕਰਨ ਲੱਗ ਗਏ, ਜਿਹੜਾ ਸਾਡੇ ਅੰਦਰ ਹੈ, ਦੈਟ ਸੋਰਸ ਆਫ ਲਾਈਫ, ਜੇ ਅਸੀਂ ਉਹਦੇ ਪ੍ਰਤੀ ਧੰਨਵਾਦੀ ਹੋਣ ਲੱਗ ਗਏ, ਅਸੀਂ ਓਵਰਲੀ ਅਟੈਚ ਨਹੀਂ ਹੋਵਾਂਗੇ ਬਾਹਰ। ਸਾਨੂੰ ਪਤਾ ਹੈ ਕਿ ਬਾਹਰੋਂ ਚੀਜ਼ਾਂ ਬਦਲਦੀਆਂ ਰਹਿਣਗੀਆਂ। ਜਦੋਂ ਤੱਕ ਮੇਰੇ ਕੋਲ ਜੀਵਨ ਹੈ, ਆਈ ਹੈਵ ਦ ਮੋਸਟ ਪ੍ਰੈਸ਼ੀਅਸ ਥਿੰਗ ਵਿਦ ਮੀ, ਮੈਨੂੰ ਇਹਦਾ ਧੰਨਵਾਦ ਕਰਨਾ ਹੈ। ਇਸ ਕਰਕੇ ਹੁਣ ਮੰਗਣ ਦੀ ਲੋੜ ਨਹੀਂ ਰਹੀ, ਹੁਣ ਸ਼ਿਕਾਇਤਾਂ ਦੀ ਲੋੜ ਨਹੀਂ ਰਹੀ। ਰੱਬਾ ਸਭ ਤੋਂ ਕੀਮਤੀ ਚੀਜ਼ ਤਾਂ ਮੈਨੂੰ ਮਿਲੀ ਹੋਈ ਹੈ। ਸਤਿਗੁਰੂ ਜੀ ਸੇਜ਼, ਜਾਨ ਬੂਝ ਕੇ ਬਾਵਰੇ ਤੈ ਕਾਜ ਵਿਗਾੜਿਓ, ਤੂੰ ਕਾਰਜ ਆਪਣੇ ਵਿਗਾੜੇ ਆਪ ਨੇ। ਅਸੀਂ ਆਪ ਹੀ ਆਪਣੇ ਆਪ ਨੂੰ ਜ਼ਿਆਦਾ ਕਨਫਿਊਜ਼ ਕਰ ਰਹੇ, ਕੰਪਲਿਕੇਟ ਕਰ ਲਿਆ ਲਾਈਫ ਨੂੰ। ਕੀਤਾ ਹੋਇਆ ਕਿ ਨਹੀਂ? ਮੈਨੀ ਟਾਈਮਸ ਪੀਪਲ ਸੇ ਕਿ ਕੀ ਕਰੀਏ, ਲਾਈਫ ਬੜੀ ਕੰਪਲਿਕੇਟਡ ਹੋ ਗਈ ਹੈ। ਕੌਣ ਕਰ ਰਿਹਾ ਕੰਪਲਿਕੇਟ? ਕਿਸਨੇ ਕੀਤੀ ਕੰਪਲਿਕੇਟ? ਗੁਰੂ ਤੇਗ ਬਹਾਦਰ ਸੇਜ਼, ਕਿਸੇ ਹੋਰ ਨੇ ਕੰਪਲਿਕੇਸ਼ਨਸ ਪੈਦਾ ਨਹੀਂ ਕੀਤੀਆਂ, ਤੂੰ ਆਪ ਕੀਤੀਆਂ ਆ ਜਾਣ ਬੂਝ ਕੇ। ਔਰ ਪ੍ਰੋਬਲਮ ਇਹ ਨਹੀਂ ਹੈ, ਟ੍ਰੈਜੇਡੀ ਇਹ ਹੈ ਕਿ ਪਤਾ ਵੀ ਹੈ ਸਭ ਕੁਝ, ਕਿ ਕਿਵੇਂ ਸਿੰਪਲੀਫਾਈ ਕਰਨਾ ਹੈ, ਇਹਨੂੰ ਕਿਵੇਂ ਸੋਲਵ ਕਰਨਾ ਹੈ ਵੀ ਪਤਾ ਹੈ। We know everything, yet we are complicating our lives. We are confusing each and everything. ਅਸੀਂ confuse, ਸਭ ਕੁਝ ਜਾਣਦੇ ਹੋਏ ਵੀ ਨਹੀਂ ਸੀ ਪੜਿਆ ਬਚਪਨ ਤੋਂ ਕਿ honesty is the best policy। ਪੜਿਆ ਆ ਨਾ, ਬੱਚਿਆਂ ਨੂੰ ਵੀ ਪੜਾਉਂਦੇ ਹੀ ਹੋ ਨਾ। ਇਫ ਯੂ ਆਰ ਐਨ EMPLOYER ਐਂਡ ਦੇਰ ਆਰ ਪੀਪਲ ਵਰਕਿੰਗ ਫॉर ਯੂ, ਜਾਂ ਘਰ ਵਿੱਚ ਕੋਈ ਸਰਵੈਂਟ, ਕੋਈ ਮੇਡ ਵੀ ਰੱਖੀ ਹੈ, ਅਸੀਂ ਸਭ ਤੋਂ ਪਹਿਲਾਂ ਲੈਕਚਰ ਨੂੰ ਕੀ ਦਿੰਨੇ ਆ? ਇਮਾਨਦਾਰੀ ਨਾਲ ਕੰਮ ਕਰੀ, ਕਹਿੰਦੇ ਆ ਕਿ ਨਹੀਂ? ਓਨੈਸਟੀ ਨਾਲ ਕੰਮ ਕਰੀ। ਆਈ ਹੇਟ ਲਾਇਰਸ, ਝੂਠ ਨਾ ਬੋਲੀ, ਮੈਨੂੰ ਝੂਠ ਬੋਲਣ ਵਾਲੇ ਬਿਲਕੁਲ ਪਸੰਦ ਨਹੀਂ। ਬੱਚਿਆਂ ਨੂੰ ਵੀ ਕਹਿੰਦੇ ਆ, EMPLOYERS ਨੂੰ ਵੀ ਕਹਿੰਦੇ, EMPLOYEES ਨੂੰ ਵੀ ਕਹਿੰਦੇ ਆ, ਜਾਂ ਸਾਡਾ ਬੌਸ ਵੀ ਸਾਨੂੰ ਕਹਿੰਦਾ ਹੀ ਆ, ਜਾਂ ਅਸੀਂ ਆਲੇ ਦੁਆਲੇ ਸਾਰਿਆਂ ਨੂੰ ਲੈਕਚਰ ਤਾਂ ਦੇ ਰਹੇ, ਸਮਝ ਸਾਨੂੰ ਹੈਗੀ ਹੈ। ਹੁਣ ਆਪ ਹੀ ਤਾਂ ਅਸੀਂ ਓਨੈਸਟੀ ਤੋਂ ਹਟ ਕੇ, ਇਮਾਨਦਾਰੀ ਤੋਂ ਹਟ ਕੇ ਆਪ ਹੀ ਤਾਂ ਕੰਪਲਿਕੇਟ ਕੀਤਾ ਆ। ਮੁਸ਼ਕਿਲ ਕਿੰਨੇ ਪਾਈ ਆ? ਅਸੀਂ ਆਪ ਹੀ ਪਾਈ ਹੈ। ਮੇਰੇ ਮਨਾ ਇਹ ਮੁਸ਼ਕਿਲਾਂ ਤੂੰ ਆਪ ਕ੍ਰੀਏਟ ਕਰ ਰਿਹਾ ਆ, ਔਰ ਕਰ ਵੀ ਜਾਣ ਬੁੱਝ ਕੇ ਰਿਹਾ ਆ। ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ। ਵੀ ਨੋ ਈਚ ਐਂਡ ਐਵਰੀਥਿੰਗ ਯet ਵੀ ਕਮਿਟ them, ਅਸੀਂ ਫਿਰ ਵੀ ਕਰਦੇ ਹਾਂ, ਫਿਰ ਵੀ ਅਸੀਂ ਉਹ ਈਵਲ ਕਰ ਜਾਂਦੇ। ਸਤਿਗੁਰੂ ਜੀ ਸੇ ਜਾਨ ਬੂਝ ਕੇ ਬਾਵਰ ਹੈ, ਤੈਨੂੰ ਪਤਾ ਆ, ਤੈਨੂੰ ਪਤਾ ਹੈ ਕਿ ਇੱਥੇ ਸਦਾ ਨਹੀਂ ਰਹਿਣਾ। ਯੂ ਨੋ ਵੈਰੀ ਵੈਲ ਦੈਟ ਯੂ ਆਲਸੋ ਹੈਵ ਟੂ ਡਾਈ। ਹੁਣ ਬਾਕੀ ਨਾਰਮਲ ਟਾਈਮਸ ਦੇ ਵਿੱਚ ਵੀ ਵੀ ਨੋ ਇਟ, ਸਾਰਿਆਂ ਨੂੰ ਪਤਾ ਹੁੰਦਾ ਹੈ।
ਸੁਸਾਇਟੀ ਵਿੱਚ ਜਾਂ ਜਿਹੜੇ ਸਾਡਾ ਸਰਕਲ ਹੈ ਉਹਦੇ ਵਿੱਚੋਂ ਕਿਸੇ ਦੀ ਡੈਥ ਹੁੰਦੀ ਅਸੀਂ ਜਾ ਕੇ ਮਿਲਦੇ ਹਾਂ, ਉਹਦੇ ਪਰਿਵਾਰ ਨੂੰ ਮਿਲਦੇ ਹਾਂ, ਫੈਮਿਲੀ ਨੂੰ ਮਿਲਦੇ ਹਾਂ, ਵੀ ਟਾਕ ਵੈਰੀ ਵਾਈਜ਼ ਵਰਡਸ ਓਵਰ ਦੇਅਰ ਕਿ ਸੀ ਦਿਸ ਇਜ਼ ਦ ਲਾਅ ਆਫ ਲਾਈਫ, ਐਵਰੀਵਨ ਹੈਜ਼ ਟੂ ਲੀਵ। ਇਹ ਪਤਾ ਹੈ ਸਾਨੂੰ, ਪਰ ਫਿਰ ਵੀ ਓਵਰਲੀ ਅਟੈਚ ਹੋ ਕੇ ਓਨੈਸਟੀ ਛੱਡ ਦਿੱਤੀ, ਝੂਠ ਫੜ ਲਿਆ, ਕਰਦੇ ਆ ਨਾ। ਮਨ ਜਾਣੇ ਸਭ ਬਾਤ। ਸਤਿਗੁਰੂ ਜੀ ਸੇਜ਼ ਅਸੀਂ ਆਪਣੀ ਲਾਈਫ ਨੂੰ ਖੁਦ ਕੰਪਲਿਕੇਟ ਕਰ ਰਹੇ ਹਾਂ, ਖੁਦ ਉਲਝਾ ਰਹੇ ਹਾਂ। ਉਲਝ ਗਈ ਹੈ ਜੀ ਲਾਈਫ, ਕੀ ਕਰੀਏ? ਬੜਾ ਕੁਛ ਇੱਥੋਂ ਭਾਈ ਸਾਹਿਬ ਅਸੀਂ ਦੱਸ ਨਹੀਂ ਸਕਦੇ, ਵੀ ਕੈਨ ਨਾਟ ਟੈਲ ਐਨੀਵਨ ਨਾਓ। ਫਿਰ ਕੀ ਹੋਇਆ, ਅੰਦਰ ਹੀ ਉਹ ਉਲਝਣਾ ਪਾ ਕੇ ਅਸੀਂ ਆਪ ਅੰਦਰ ਹੀ ਇੱਕ ਪ੍ਰੈਸ਼ਰ ਕੁੱਕਰ ਸਿਨੈਰੀਓ ਬਣਾ ਲਿਆ। ਫਿਰ ਅੰਦਰੋਂ ਐਸਾ ਸਟ੍ਰੈਸ, ਡਿਪਰੈਸ਼ਨ ਐਂਡ ਆਲ ਦੋਜ਼ ਥਿੰਗਸ, ਲੋਕ ਸੁਸਾਈਡ ਤੱਕ ਪਹੁੰਚ ਜਾਂਦੇ ਨੇ। ਕਿਸੇ ਨਾਲ ਗੱਲ ਨਹੀਂ ਕਰ ਪਾ ਰਹੇ, ਆਪਣੀ ਲਾਈਫ ਨੂੰ ਆਪ ਹੀ ਇੰਨਾ ਕੰਪਲਿਕੇਟ ਕੀਤਾ ਹੈ। ਲਾਈਫ ਕੰਪਲਿਕੇਟਡ ਨਹੀਂ ਹੈਗੀ, ਅਸੀਂ ਬਣਾ ਲਿਆ ਤੇ ਜਾਣ ਬੁੱਝ ਕੇ ਬਣਾਇਆ। ਸਤਿਗੁਰੂ ਜੀ ਸੇਜ਼ ਯੂ ਨੋ ਐਵਰੀਥਿੰਗ, yet you are complicating each and everything because of your own greed। ਆਪਣੇ ਲਾਲਚ ਕਰਕੇ, ਆਪਣੀਆਂ ਕਮੀਆਂ ਕਰਕੇ ਅਸੀਂ ਸਾਰਾ ਕੁਝ ਫਸਾਇਆ ਆ। ਮੰਨੋ ਇਸ ਗੱਲ ਨੂੰ, ਐਕਸੈਪਟ ਕਰੋ। ਜਰਾ ਆਪਣੇ ਅੰਦਰ ਵੜ ਕੇ ਅਸੀਂ ਐਨਾਲਿਸਿਸ ਕਰੀਏ ਖੁਦ ਦਾ ਕਿ ਕੀ ਅਸੀਂ ਕੀਤਾ ਨਹੀਂ। ਅਸੀਂ ਵੀ ਛੋਟੇ ਸੀ, ਅਸੀਂ ਵੀ ਬੱਚਿਆਂ ਵਾਂਗ ਸੀ, ਐਂਡ ਵੀ ਆਲ ਸੇ ਕਿ ਬੱਚੇ ਰੱਬ ਦਾ ਰੂਪ ਹੁੰਦੇ। ਕਿੰਨੀ ਸਿੰਪਲ ਲਾਈਫ ਹੁੰਦੀ ਆ, ਸਾਡੀ ਵੀ ਸੀ ਨਾ। ਹਾਊ ਇਟ ਗੈਟ ਕੰਪਲਿਕੇਟਡ? ਇਹ ਕੰਪਲਿਕੇਟ ਕਿਵੇਂ ਹੋ ਗਈ? ਇਹ ਕਾਰਜ ਵਿਗੜਿਆ ਕਿਵੇਂ? ਸਪੋਇਲ ਕਿਵੇਂ ਹੋ ਗਿਆ ਸਾਰਾ? ਅੰਦਰਲੀ ਸ਼ਾਂਤੀ ਭੰਗ ਕਿਵੇਂ ਹੋ ਗਈ? ਉਹ ਬੱਚਾ ਸੀ ਛੋਟਾ ਜਿਹਾ, ਨਿੱਕੀ ਜਿਹੀ ਚੀਜ਼ ਤੇ ਖੁਸ਼ ਹੋ ਜਾਂਦਾ ਸੀ। ਉਹਨੂੰ ਆਪਣੀ, ਉਹ ਸਵੇਰੇ ਉੱਠਦਾ ਆ ਖੁਸ਼ ਹੁੰਦਾ ਆ, ਰਾਤ ਨੂੰ ਸੌਂਦਾ ਹੈ ਰੱਜ ਕੇ ਸੌ ਜਾਂਦਾ, ਕਿਉਂਕਿ ਉਹਨੂੰ ਬਾਹਰਲੀਆਂ ਚੀਜ਼ਾਂ ਨਾਲ ਇੰਨਾ ਓਵਰਲੀ ਅਟੈਚ ਨਹੀਂ ਸੀ, ਛਲ ਨਹੀਂ ਸੀ, ਫਰਾਡ ਨਹੀਂ ਸੀ। ਓਵਰਲੀ ਅਟੈਚ ਹੋ ਕੇ ਗਰੀਡ ਵਿੱਚ ਪੈ ਕੇ ਜਾਂ ਹੋਰ ਨਫ਼ਰਤ ਈਰਖਾ ਵਿੱਚ ਪੈ ਕੇ ਉਹ ਇਹੋ ਜਿਹੇ ਕਰਮ ਨਹੀਂ ਸੀ ਕਰ ਰਿਹਾ। ਬਹੁਤ ਛੋਟਾ। ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਗਏ, ਅਸੀਂ ਉਹ ਸਭ ਕੁਝ ਸਿੱਖਦੇ ਗਏ, ਆਪਣੀ ਲਾਈਫ ਨਾਲ ਆਪ ਹੀ ਕਾਰਜ ਵਿਗਾੜਦੇ ਗਏ, ਆਪ ਹੀ ਕੰਪਲਿਕੇਟ ਕਰਦੇ ਗਏ। ਸਤਿਗੁਰੂ ਜੀ ਸੇਜ਼ ਉਂਝ ਅਸੀਂ ਕਹਿੰਦੇ ਅਸੀਂ ਸਿਆਣੇ ਹੋ ਰਹੇ ਹਾਂ, ਉਂਝ ਅਸੀਂ ਕਹਿ ਰਹੇ ਅਸੀਂ ਵੱਡੇ ਹੋ ਰਹੇ, ਅਸੀਂ ਬਹੁਤ ਕੁਝ ਸਿੱਖ ਰਹੇ, ਪਰ ਸਿੱਖੇ ਰਹੇ ਕਿ ਉਲਝਾ ਰਹੇ ਹਰ ਚੀਜ਼ ਨੂੰ। ਸਤਿਗੁਰੂ ਜੀ ਸੇਜ਼ ਪਾਪ ਕਰਤ ਸੁਖਚਿਓ ਨਹੀਂ, ਰਿਫਰੇਨ ਨਹੀਂ ਕੀਤਾ ਆਪਣੇ ਆਪ ਨੂੰ, ਰੋਕਿਆ ਨਹੀਂ, ਰਿਸਟ੍ਰੇਨ ਨਹੀਂ ਕੀਤਾ ਗਲਤ ਕੰਮਾਂ ਤੋਂ। ਨਹਿ ਗਰਭ ਨਿਵਾਰਿਓ, ਤੇ ਨਾ ਹੀ ਅੰਦਰਲਾ ਗਰਭ, ਉਹ ਮਾਣ, ਮੈਂ, ਉਹ ਅਹੰਕਾਰ ਕਿ ਨਹੀਂ ਮੈਨੂੰ ਨਾ ਦੱਸੋ, ਮੈਨੂੰ ਸਮਝਾਉਣ ਦੀ ਲੋੜ ਨਹੀਂ ਹੈ, ਮੈਂ ਤਾਂ ਕੁਝ ਗਲਤ ਕੰਮ ਕੀਤਾ ਹੀ ਨਹੀਂ ਹੈ, ਮੈਂ ਰੱਬਾ ਇੰਨੇ ਪਾਠ ਕੀਤੇ, ਮੈਨੂੰ ਇਹ ਮਿਲਣਾ ਚਾਹੀਦਾ। ਇਸ ਮੈਂ ਨੇ ਤੈਨੂੰ ਡੋਬ ਲਿਆ, ਇਹਨੇ ਚੀਜ਼ਾਂ ਸਾਰੀਆਂ ਖਰਾਬ ਕਰ ਦਿੱਤੀਆਂ। ਅਦਰਵਾਈਜ਼ ਇਟ ਵਾਜ਼ ਵੈਰੀ ਸਿੰਪਲ, ਐਂਡ ਦ ਸਿੰਪਲੈਸਟ ਥਿੰਗ ਵਾਜ਼ ਹਰ ਜਾ ਸਰੇ ਮਨਾ ਗਾਇਲ ਹੈ। ਧੰਨਵਾਦੀ ਹੋ, ਸ਼ੁਕਰਾਨਾ ਕਰ, ਗ੍ਰੈਟੀਟਿਊਡ, ਥੈਂਕਫੁਲਨੈਸ, ਐਪਰੀਸ਼ੀਏਟ ਕਰ ਲਾਈਫ ਨੂੰ, ਐਪਰੀਸ਼ੀਏਟ ਕਰ ਈਚ ਐਂਡ ਐਵਰੀ ਮੂਮੈਂਟ ਨੂੰ। ਕੀ ਜਾਂਦਾ ਹੈ ਤੇਰਾ? ਪਰ ਨਹੀਂ, ਕਨਫਿਊਜ਼ ਕਰ ਲਿਆ ਆ ਖੁਦ ਨੂੰ, ਬੁਰਾਈਆਂ ਕਰਨ ਤੋਂ ਹਟਿਆ ਨਹੀਂ, ਰਿਫਰੇਨ ਨਹੀਂ ਕੀਤਾ, ਸੰਕੋਚ ਨਹੀਂ, ਸ਼ਰਮ ਨਹੀਂ ਕੀਤੀ ਬੁਰਾ ਕਰਨ 'ਚ। ਸ਼ਰਮ ਆ ਰਹੀ ਹੈ ਸਾਨੂੰ ਗੰਦੇ ਕੱਪੜੇ ਪਾਉਣ 'ਚ। ਵੀ ਫੀਲ ਐਮਬੈਰਸਡ ਵੀਅਰਿੰਗ ਡਰਟੀ ਕਲੋਥਸ। ਉਸ ਕੱਪੜੇ ਗੰਦੇ ਪਾਉਣ 'ਚ ਤੇ ਸਾਨੂੰ ਸ਼ਰਮ ਆ ਰਹੀ, ਪਰ ਇੱਕ ਗੰਦਾ ਮਨ, ਇੱਕ ਫਿਲਥੀ ਮਾਈਂਡ ਰੱਖਣ ਵਿੱਚ ਸਾਨੂੰ ਕੋਈ ਸ਼ਰਮ ਨਹੀਂ ਆ ਰਹੀ। ਉਸ ਚੀਜ਼ 'ਚ ਅਸੀਂ ਕੋਈ ਐਮਬੈਰਸਮੈਂਟ ਫੀਲ ਨਹੀਂ ਕਰ ਰਹੇ, ਆਪ ਸਪੋਇਲ ਕਰ ਰਹੇ ਆ। ਨਹਿ ਗਰਭ ਨਿਵਾਰਿਓ, ਅੰਦਰਲਾ ਗਰਭ ਹੀ ਨਹੀਂ ਜਾ ਰਿਹਾ, ਮੰਨਣਾ ਹੀ ਨਹੀਂ ਚਾਹੁੰਦੇ, ਸਿੱਖਣਾ ਹੀ ਨਹੀਂ ਚਾਹੁੰਦਾ ਇਹ ਮਨ। ਸਤਿਗੁਰੂ ਜੀ ਸੇ ਜਿਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ। ਜੇ ਹੁਣ ਆਪਣੀ ਲਾਈਫ ਨੂੰ ਸਿੰਪਲੀਫਾਈ ਕਰਨਾ ਆ, ਇਹ ਉਲਝਣ ਖਤਮ ਕਰਨੀ ਹੈ, ਜੋ ਖਰਾਬ ਹੋਇਆ ਮਸਲਾ ਠੀਕ ਕਰਨਾ ਹੈ ਨਾ, ਤਾਂ ਫਿਰ ਇੰਜ ਕਰ। ਗੁਰੂ ਜੀ ਸੇਜ਼, ਗੁਰੂ ਤੇਗ ਬਹਾਦਰ ਸੇਜ਼ ਕਿ ਜੇ ਬਿਦ, ਜਿਹੜੇ ਤਰੀਕੇ ਨਾਲ ਗੁਰੂ ਤੈਨੂੰ ਰਾਹ ਦੱਸ ਰਿਹਾ ਆ, ਵਟ ਗੁਰੂ ਟੀਚਸ ਯੂ ਸੋ ਸੁਨ ਰੇ ਭਾਈ, ਲਿਸਨ ਟੂ ਇਟ। ਲਿਸਨਿੰਗ ਹੁੰਦੀ ਹੈ ਇੰਟਰਨਲਾਈਜ਼ਿੰਗ ਕਰਨਾ, ਮੰਨਣਾ, ਐਕਸੈਪਟ ਕਰਨਾ ਜੋ ਗੁਰੂ ਨੇ ਕਿਹਾ। ਕੰਨਾਂ 'ਚ ਤਾਂ ਸਾਰਿਆਂ ਦੇ ਪੈ ਰਿਹਾ, ਕੰਨਾਂ ਨਾਲ ਸੁਣਨਾ ਹੋਰ ਗੱਲ ਹੁੰਦੀ ਹੈ, ਪਰ ਮੰਨਣਾ ਉਹ ਹੁੰਦਾ ਲਿਸਨਿੰਗ। ਹੀਅਰਿੰਗ ਇਜ਼ ਅ ਡਿਫਰੈਂਟ ਥਿੰਗ। ਡੋਂਟ ਜਸਟ ਹੀਅਰ ਦ ਵਰਡਸ ਆਫ ਗੁਰੂ, ਲਿਸਨ, ਫੋਕਸ ਕਰ ਉਹਨਾਂ ਤੇ। ਸਤਿਗੁਰੂ ਜੀ ਸੇਜ਼ ਫਿਰ ਇਹ ਮਸਲੇ ਹੱਲ ਹੋ ਜਾਣਗੇ। ਜਿਹ ਬਿਦ ਗੁਰ ਉਪਦੇਸਿਆ, ਐਜ਼ ਦ ਗੁਰੂ ਟੀਚਸ ਯੂ ਸੋ ਸੁਨ ਰੇ ਭਾਈ, ਲਿਸਨ ਇਟ, ਐਕਸੈਪਟ ਇਟ। ਨਾਨਕ ਕਹਿਤ ਪੁਕਾਰ ਕਹਿ, ਮੈਂ ਪੁਕਾਰ ਕੇ ਤੈਨੂੰ ਕਹਿ ਰਿਹਾ, ਮੇਰੇ ਮਨਾ, ਮਨ ਨੂੰ ਕਹਿ ਰਹੇ ਨੇ, ਮੇਰੇ ਭਰਾ, ਮੇਰੇ ਮਨਾ। ਭਾਈ ਵੀ ਇੱਥੇ ਮਨ ਨੂੰ ਕਿਹਾ, ਹਰ ਜਸ ਰੇ ਮਨਾ ਗਾਇਲ ਹੈ, ਗਾਲ ਹੈ। ਨਾਨਕ ਕਹਿਤ ਪੁਕਾਰ ਕੇ ਗਹੁ ਪ੍ਰਭ ਸ਼ਰਨਾਈ, ਉਸ ਪ੍ਰਭੂ ਦੀ ਸ਼ਰਨ ਵਿੱਚ ਜਾ ਜਿਹੜਾ ਤੇਰੇ ਅੰਦਰ ਬੈਠਾ ਹੈ, ਜਿਹੜਾ ਤੇਰਾ ਲਾਈਫ ਸੋਰਸ ਹੈ, ਜਿਹੜਾ ਤੇਰੇ ਅੰਦਰ ਜੀ ਰਿਹਾ ਹੈ, ਉਸ ਵਾਹਿਗੁਰੂ ਦੀ ਸ਼ਰਨ ਵਿੱਚ ਜਾ। don't get overly attached with things, people, circumstances outside. You'll complicate things. ਕਿਸੇ ਚੀਜ਼ ਨੂੰ ਪਾਉਣ ਦੀ ਗਰੀਡ ਦੇ ਵਿੱਚ ਤੂੰ ਪਾਪ ਕਰਨ ਲੱਗ ਗਿਆ, ਮਾੜਾ ਕਰਨ ਲੱਗ ਗਿਆ। You never thought what is good and what is bad. You never thought what is right and what is wrong. Although you knew it, ਪਤਾ ਵੀ ਸੀ ਕਿ ਸਹੀ ਹੈ ਕਿ ਗਲਤ ਹੈ, ਪਰ ਉਹ ਸੋਚਣਾ ਛੱਡ ਦਿੱਤਾ ਕਿਉਂਕਿ ਮੈਨੂੰ ਇਹ ਚੀਜ਼ ਚਾਹੀਦੀ ਹੈ, ਮੈਨੂੰ ਇਹ ਬੰਦਾ ਚਾਹੀਦਾ ਹੀ ਚਾਹੀਦਾ ਆ, ਇਹਦੇ ਲਈ ਮੈਂ ਹੁਣ ਹੁੱਕ ਔਰ ਬਾਈ ਕਰੁਕ। ਬਸ ਫਿਰ ਤੂੰ ਕੀ ਕੀਤਾ?
ਜਾਣ ਬੂਝ ਕੇ ਬਾਵਰੇ ਤੈਂ ਕਾਜ ਵਿਗਾਰਿਓ। ਅਸੀਂ ਆਪਣੀ ਲਾਈਫ ਵੱਲ ਝਾਤੀ ਮਾਰੀਏ। ਗੁਰੂ ਤੇਗ ਬਹਾਦਰ ਜੀ ਟੈਲਸ ਅਸ ਕਿ ਮੇਰੇ ਮਨਾ ਅਜੇ ਵੀ ਮੌਕਾ ਹੈ, ਅਵਸਰ ਬੀਤਿਓ ਜਾਤ ਹੈ, ਸਮਾਂ ਬੀਤ ਰਿਹਾ ਆ, ਟਾਈਮ ਇਜ਼ ਰਨਿੰਗ ਬਾਏ, ਕਹਿਓ ਮਾਨ ਲੈ ਮੇਰੋ, ਮੇਰੇ ਮਨਾ ਮੰਨ ਲੈ, ਮੇਰਾ ਕਹਿਣਾ ਮੰਨ ਲੈ। ਇਹ ਗਰਭ ਛੱਡ ਦੇ ਕਿ ਤੈਨੂੰ ਸਭ ਕੁਝ ਪਤਾ ਹੈ, ਇਸ ਪ੍ਰਾਈਡ ਨੂੰ ਛੱਡ ਦੇ that you know everything। no, although you know everything, but ਤੇਰੀ ਪ੍ਰੋਬਲਮ ਇਹ ਹੈ ਕਿ ਉਹ ਜਿਹੜਾ ਅਸਲੀ ਗਿਆਨ ਵਿਜ਼ਡਮ ਤੇਰੇ ਅੰਦਰ ਗਿਆ ਵੀ ਹੋਇਆ, you are not heeding to it, you are not listening to it। ਤੂੰ ਆਪਣੇ ਮਨ ਦੀ ਮੱਤ ਦੇ ਮਗਰ ਲੱਗਾ ਹੋਇਆ। ਇਸ ਕਰਕੇ ਗੁਰੂ ਦੀ ਗੱਲ ਸੁਣ। ਜੇ ਬਿਦ ਗੁਰੂ ਉਪਦੇਸਿਆ, ਜਿਵੇਂ ਗੁਰੂ ਕਹਿੰਦਾ ਉਸ ਗੱਲ ਤੇ ਚੱਲ, ਗੁਰੂ ਦੀ ਮੱਤ ਲੈ। ਮੇਰੇ ਮਨਾ ਗੁਰੂ ਦੀ ਮੱਤ ਤੇ ਚੱਲ। ਉਹ ਜਿਹੜੀ ਮਨ ਦੀ ਮੱਤ ਸੀ ਵਿਕਾਰਾਂ ਵਾਲੀ, ਉਹਨੂੰ ਛੱਡ ਦੇ। ਤੇਰਾ ਰੀਅਲ ਕੰਪੈਨੀਅਨ ਤੇਰੇ ਅੰਦਰ ਹੈ, ਉਹ ਵਾਹਿਗੁਰੂ, ਜੋ ਤੈਨੂੰ ਸਭ ਕੁਝ ਦੱਸਦਾ ਆ, ਰਾਹ ਦੱਸਦਾ, ਹਰ ਵੇਲੇ ਗਾਈਡ ਕਰਦਾ। ਕਾਲ ਇਟ ਵਾਹਿਗੁਰੂ, ਕਾਲ ਇਟ ਗੋਡ, ਕਾਲ ਇਟ ਆਤਮਾ, ਕਾਲ ਇਟ ਜੋਤ, ਕਾਲ ਇਟ ਕੌਨਸ਼ੀਅੰਸ। ਤੇਰੇ ਅੰਦਰ ਹੈਗਾ, ਤੈਨੂੰ ਰਾਹ ਦੱਸਦਾ ਹੈ, ਉਹਨੂੰ ਪਤਾ ਆ। ਉਹਦੀ ਸੁਣ ਲੈ ਗੱਲ, ਉਹਦੀ ਸੁਣ। ਜਿਹਨੂੰ ਸਭ ਬੁੱਝ ਹੈਗੀ, ਅੰਡਰਸਟੈਂਡਿੰਗ ਹੈਗੀ ਆ ਅੰਦਰ, ਉਹਦੀ ਗੱਲ ਨੂੰ ਸੁਣ। ਧੰਨਵਾਦੀ ਹੋ ਆਪਣੀ ਲਾਈਫ ਦੇ ਪ੍ਰਤੀ, ਆਪਾਂ ਥੈਂਕਫੁਲ ਹੋਈਏ। ਫਿਰ ਸਾਨੂੰ ਪਤਾ ਲੱਗੇਗਾ ਕਿ ਲਾਈਫ ਬਹੁਤ ਸੋਹਣੀ ਹੋ ਕੇ ਗੁਜ਼ਾਰੀ ਜਾ ਸਕਦੀ ਹੈ। ਇਹਨੂੰ ਸਿੰਪਲੀਫਾਈ ਕਰੀਏ, ਕੰਪਲਿਕੇਟ ਨਾ ਕਰੀਏ। ਸਤਿਗੁਰੂ ਕਿਰਪਾ ਕਰੇ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਸੋਹਣਾ, ਪਰਪਸਫੁਲ ਬਣਾਈਏ। ਇਹੀ ਉਹ ਰਿਟਰਨ ਗਿਫਟ ਅਸੀਂ ਗੁਰੂ ਨੂੰ ਜਾਂ ਵਾਹਿਗੁਰੂ ਨੂੰ ਦੇ ਸਕਦੇ ਹਾਂ।